ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਮੈਡੀਵਲ ਹਿਸਟਰੀ ਦੀ ਕਲਾਸ ਨੰਬਰ 3 ਲੈ ਕੇ ਆਏ ਹਾਂ, ਜਿਹਦੇ ਵਿੱਚ ਕਿ ਆਪਾਂ ਸਾਰਾ ਮੁਗਲ ਅੰਪਾਇਰ, ਜਿੰਨੇ ਵੀ ਮੁਗਲ ਅੰਪਾਇਰ ਦੇ ਜਿਹੜੇ ਕਿ ਮਹੱਤਵਪੂਰਨ ਸ਼ਾਸਕ ਰਹੇ ਨੇ, ਠੀਕ ਆ। ਸੋ ਜਿਹੜੇ ਕਿ ਜ਼ਿਆਦਾਤਰ ਜੇਕਰ ਆਪਾਂ ਦੇਖੀਏ ਤਾਂ 1526 ਤੋਂ ਲੈ ਕੇ 1707 ਈਸਵੀ ਤੱਕ ਜਿਹੜੇ ਮੁਗਲਾਂ ਦੇ ਸ਼ਾਸਕ ਸੀਗੇ, ਠੀਕ ਆ, ਜਿਹੜੇ ਰੂਲਰ ਸੀਗੇ, ਇਹਨਾਂ ਦੇ ਬਾਰੇ ਜ਼ਿਆਦਾ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ, ਕਿਉਂਕਿ ਇਹਨਾਂ ਦੇ ਟਾਈਮ ਦੇ ਉੱਤੇ ਹੀ ਇਹ ਜਦੋਂ ਭਾਰਤ ਦੇ ਉੱਤੇ ਰਾਜ ਕਰਦੇ ਹੁੰਦੇ ਸੀਗੇ। ਤਾਂ ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕਿ ਅੰਗਰੇਜ਼ ਆ ਗਏ ਸੀ, ਤੇ ਉਸ ਤੋਂ ਬਾਅਦ ਵੀ ਵੈਸੇ ਮੁਗਲ ਕਾਲ ਰਿਹਾ, ਪਰ ਉਹ ਇੰਨੇ ਕੈਪੇਬਲ ਨਹੀਂ ਸੀਗੇ ਜਿਹੜੇ ਉਸ ਤੋਂ ਬਾਅਦ ਸ਼ਾਸਕ ਹੋਏ ਸੀ ਕਿ ਉਹ ਪੂਰੀ ਤਰ੍ਹਾਂ ਨਾਲ ਭਾਰਤ ਦੇ ਉੱਤੇ ਕਬਜ਼ਾ ਰੱਖਦੇ, ਠੀਕ ਆ। ਉਹ ਸਾਰਾ ਆਪਾਂ ਜਿਵੇਂ ਜਿਵੇਂ ਅੱਗੇ ਵਧੇਗਾ, ਠੀਕ ਆ, ਉਵੇਂ ਉਵੇਂ ਆਪਾਂ ਕਰਦੇ ਰਹਾਂਗੇ। ਸੋ 1857 ਤੋਂ ਬਾਅਦ ਤਾਂ ਆਪਾਂ ਕੀਤਾ ਹੀ ਹੋਇਆ। ਸੋ ਇਹ ਵਾਲਾ ਜਿਹੜਾ ਮੁਗਲ ਸਲਤਨਤ ਦਾ ਪੀਰੀਅਡ ਆ, ਠੀਕ ਆ, ਇਹਨੂੰ ਆਪਾਂ ਦੋ ਕਲਾਸਾਂ 'ਚ ਡਿਵਾਈਡ ਕੀਤਾ। ਅੱਜ ਆਪਾਂ ਪਹਿਲਾਂ 4 ਸ਼ਾਸਕ ਕਰਾਂਗੇ, ਠੀਕ ਆ, ਮੁਗਲ ਅੰਪਾਇਰ ਦੇ 4 ਸ਼ਾਸਕ ਕਰਾਂਗੇ, ਤੇ ਉਸ ਤੋਂ ਬਾਅਦ ਆਪਾਂ ਜਿਹੜੇ 2-3 ਸ਼ਾਸਕ ਰਹਿ ਜਾਣਗੇ, ਠੀਕ ਆ, ਉਹਨਾਂ ਸ਼ਾਸਕਾਂ ਬਾਰੇ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ, ਕਿਉਂਕਿ ਕਲਾਸ ਬਹੁਤ ਜ਼ਿਆਦਾ ਵੱਡੀ ਹੋ ਰਹੀ ਸੀ। ਸੋ ਰਾਤ ਮੈਂ ਇਹ ਕਲਾਸ ਤਿਆਰ ਕੀਤੀ ਆ, ਠੀਕ ਆ ਜੀ। ਸੋ ਬਹੁਤ ਹੀ ਵਧੀਆ, ਬਹੁਤ ਹੀ ਮਿਹਨਤ ਦੇ ਨਾਲ ਮੇਰੀ ਕਲਾਸ ਤਿਆਰ ਕੀਤੀ ਹੋਈ ਆ। ਸੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਇਹਨੂੰ ਆਪਣੀ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ। ਸੋ ਸ਼ੁਰੂ ਕਰਦੇ ਹਾਂ ਜੀ। ਸੋ ਇਹਦੇ ਵਿੱਚੋਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਮੁਗਲ ਅੰਪਾਇਰ ਦੇ ਵਿੱਚੋਂ ਚਾਹੇ ਸਿਲੇਬਸ 'ਚ ਕੁਝ ਮੈਂਸ਼ਨ ਹੋਵੇ ਚਾਹੇ ਨਾ ਮੈਂਸ਼ਨ ਹੋਵੇ, ਇੱਕ ਕੁਐਸਚਨ ਜ਼ਰੂਰ ਆਉਂਦਾ ਹੀ ਆਉਂਦਾ। ਤੁਸੀਂ ਪੁਰਾਣੇ ਪੇਪਰ ਛੱਡੋ, 2021 ਦੇ ਵੀ ਪੇਪਰ ਚੱਕ ਕੇ ਦੇਖ ਲਓ, ਉਹਦੇ ਵਿੱਚੋਂ ਵੀ ਇੱਕ ਕੁਐਸਚਨ ਪੁੱਛਿਆ ਜਾਂਦਾ ਵਾ। ਸੋ ਸ਼ੁਰੂ ਕਰਦੇ ਹਾਂ ਜੀ ਮੁਗਲ ਸਮਰਾਜ। ਹੁਣ ਦੇਖੋ ਜੀ, ਹੁਣ ਜੀ ਮੁਗਲ ਸਮਰਾਜ ਦੀ ਜਿਹੜੀ ਨੀਂਹ ਆ ਨਾ, ਉਹ ਆਪਣੀ ਰੱਖੀ ਸੀ ਬਾਬਰ ਨੇ। ਬਾਬਰ ਨੇ ਆਪਣੇ ਭਾਰਤ ਦੇ ਵਿੱਚ, ਠੀਕ ਆ, ਮੁਗਲ ਸਮਰਾਜ ਦੀ ਨੀਂਹ ਰੱਖੀ ਸੀ। ਜੇਕਰ ਆਪਾਂ ਨੂੰ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਆਵੇ ਕਿ ਮੁਗਲ ਸਮਰਾਜ ਦੀ ਨੀਂਹ ਕਿਹਨੇ ਰੱਖੀ ਸੀ ਆਪਣੇ ਭਾਰਤ ਦੇ ਵਿੱਚ, ਕਿਹਨੇ ਰੱਖੀ ਸੀ? ਬਾਬਰ ਨੇ। ਹੁਣ ਦੇਖੋ ਜੀ, ਬਾਬਰ ਬਾਰੇ ਆਪਾਂ ਥੋੜਾ ਜਿਹਾ ਪੜ੍ਹਦੇ ਹਾਂ। ਬਾਬਰ ਦਾ ਜਨਮ ਨਾ 1483 ਈਸਵੀ 'ਚ ਹੋਇਆ ਸੀ। ਉਹਦੇ ਪਿਤਾ ਦਾ ਨਾਮ ਸੀ ਜੀ ਉਮਰ ਸ਼ੇਖ ਮਿਰਜ਼ਾ। ਹੁਣ ਬਾਬਰ ਦਾ ਆਪਣੇ ਪਿਤਾ ਦੇ ਪਾਸਿਓਂ ਤੈਮੂਰ ਸੀਗਾ ਤੇ ਮਾਤਾ ਦੇ ਪਾਸਿਓਂ ਚੰਗੇਜ਼ ਖਾਨ ਦਾ ਵੰਸ਼ਜ ਸੀਗਾ, ਠੀਕ ਆ ਜੀ। ਸੋ ਡਿਸੈਂਡਡ ਸੀਗਾ, ਮਤਲਬ ਵੰਸ਼ਜ ਹੁੰਦਾ ਡਿਸੈਂਡਡ। ਤਾਂ ਉਸਦਾ ਪਰਿਵਾਰ ਤੁਰਕੀ ਨਸਲ ਦੇ ਚਗਤਾਈ ਵਰਗ ਨਾਲ ਸੰਬੰਧਿਤ ਸੀ। ਆਮ ਤੌਰ ਤੇ ਮੁਗਲਾਂ ਵਜੋਂ ਜਾਣਿਆ ਜਾਂਦਾ ਸੀ, ਠੀਕ ਆ। ਫਰਗਨਾ ਦੇ ਉੱਤੇ ਰਾਜ ਕਰਦਾ ਸੀ, ਠੀਕ ਆ। ਉਹ ਫਰਗਨਾ ਦਾ ਵਾਸੀ ਸੀਗੇ, ਠੀਕ ਆ, ਉਹ ਅਫਗਾਨਿਸਤਾਨ ਦੇ ਵਿੱਚ, ਠੀਕ ਆ। ਸੋ ਬਾਬਰ ਜੀ 1494 ਈਸਵੀ ਦੇ ਵਿੱਚ ਕੀ ਹੋਇਆ ਜੀ, ਫਰਗਾਨਾ ਦੀ ਗੱਦੀ ਦੇ ਉੱਤੇ ਜਦੋਂ ਬਾਬਰ ਬੈਠਾ, ਠੀਕ ਆ, ਤਾਂ ਉਹ ਸਿਰਫ ਤੇ ਸਿਰਫ 11 ਸਾਲਾਂ ਦਾ ਸੀ। ਮਤਲਬ ਉਸ ਤੋਂ ਬਾਅਦ ਕੀ ਹੋਇਆ ਜੀ, ਉਜ਼ਬੇਕ ਮਹੂਲ ਸਮੂਹ ਤੇ ਹਮਲਾ ਕਰਨ ਮਤਲਬ ਉਹਨੇ ਮੰਗੋਲਾਂ ਨੇ ਇਹਨਾਂ ਦੇ ਉੱਤੇ, ਠੀਕ ਆ, ਹਮਲਾ ਕਰਤਾ ਸੀ, ਜਿਹਦੇ ਕਰਕੇ ਕਿ ਇਹਨਾਂ ਨੂੰ ਆਪਦੀ ਜੱਦੀ ਗੱਦੀ ਆ ਜਿਹੜੀ ਆਪਾਂ ਫਰਗਨਾ ਦੀ ਗੱਲ ਕਰਦੇ ਆ ਅਫਗਾਨਿਸਤਾਨ ਤੇ, ਇਹਨੂੰ ਛੱਡਣੀ ਪੈ ਗਈ ਸੀ, ਠੀਕ ਆ। ਬਹੁਤ ਸਾਲੇ ਭਟਕਦਾ ਰਿਹਾ ਸੀਗਾ, ਠੀਕ ਆ। ਫਿਰ ਕੀ ਹੋਇਆ ਜੀ, ਉਸ ਤੋਂ ਥੋੜਾ ਜਿਹਾ ਟਾਈਮ ਬਾਅਦ 10 ਸਾਲਾਂ ਬਾਅਦ 1504 ਦੇ ਵਿੱਚ, ਠੀਕ ਆ, ਉਹਨੇ ਕਾਬਲ ਦੇ ਉੱਤੇ ਕਬਜ਼ਾ ਕਰ ਲਿਆ। ਫਿਰ ਕੀ ਹੁੰਦਾ ਵਾ ਜੀ, ਅੱਗੇ ਆਪਣਾ ਹੁੰਦਾ ਵਾ ਜੀ। ਫਿਰ ਹੁਣ ਕੀ ਹੋਇਆ ਵਾ ਜੀ ਇਸ ਤੋਂ ਬਾਅਦ, ਕਿਉਂਕਿ ਵੈਸੇ ਤਾਂ ਇਹ ਬਹੁਤ ਜ਼ਿਆਦਾ ਹਿਸਟਰੀ ਹੋ ਜੂਗੀ, ਇਹਦੀ ਇੰਨੀ ਆਪਾਂ ਨੂੰ ਕਰਨ ਦੀ ਜ਼ਰੂਰਤ ਨਹੀਂ ਗੀ, ਠੀਕ ਆ। ਸੋ ਆਪਾਂ ਸਿਰਫ ਉਹੀ ਕਰ ਰਹੇ ਹਾਂ ਜਿਹੜੇ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਆ। ਹੁਣ ਦੇਖੋ ਜੀ ਉਸਨੂੰ, ਸੋ ਇਹਦੇ ਵਿੱਚ ਵੀ ਹਰੇਕ ਚੀਜ਼ ਨਹੀਂ ਯਾਦ ਰੱਖਣੀ ਜਿਹੜੀ ਮੈਂ ਤੁਹਾਨੂੰ ਨਾਲ ਦੀ ਨਾਲ ਕਹਿਣਾ ਹੁੰਦਾ ਕਿ ਹਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਆ, ਸਿਰਫ ਉਹੀ ਚੀਜ਼ ਯਾਦ ਰੱਖਣੀ ਆ, ਠੀਕ ਆ। ਸੋ ਬਾਹਲਾ ਵੀ ਡਿਟੇਲ ਦੇ ਵਿੱਚ ਨਹੀਂ ਪੜ੍ਹਨਾ। ਸੋ ਇਹਨੂੰ ਡਿਟੇਲ ਦੇ ਵਿੱਚ ਮੈਂ ਵਾਰ-ਵਾਰ ਕਹਿਣਾ, ਐਡ ਕਰਨ ਦਾ ਮਤਲਬ ਇਹੀ ਹੁੰਦਾ ਕਿ ਹਿਸਟਰੀ ਨੂੰ ਜੇ ਆਪਾਂ ਇੱਕ ਸਿਸਟੇਮੈਟਿਕ ਵੇ ਦੇ ਨਾਲ ਨਾ ਪੜ੍ਹੀਏ, ਠੀਕ ਆ, ਥੋੜਾ ਚੀਜ਼ਾਂ ਰਿਲੇਟ ਕਰਨੀਆਂ ਥੋੜ੍ਹੀਆਂ ਜਿਹੀਆਂ ਸੌਖੀਆਂ ਹੋ ਜਾਂਦੀਆਂ ਨੇ ਇਹਦੇ ਨਾਲ, ਠੀਕ ਆ। ਬਟ ਯਾਦ ਕਰਨ ਵਾਲੀ ਚੀਜ਼ ਮੈਂ ਤੁਹਾਡੀ ਹਾਈਲਾਈਟ ਕੀਤੀ ਹੁੰਦੀ ਆ, ਉਹ ਤੁਸੀਂ ਸਿਰਫ ਉਹੀ ਚੀਜ਼ ਯਾਦ ਕਰਨੀ ਆ, ਠੀਕ ਆ, ਜਿਹੜੀ ਮੇਰੀ ਹਾਈਲਾਈਟ ਕੀਤੀ ਹੁੰਦੀ ਆ। ਹੁਣ ਦੇਖੋ ਜੀ, ਉਸਨੂੰ ਪੰਜਾਬ ਦਾ ਸੂਬੇਦਾਰ ਸੀ ਉਸ ਟਾਈਮ ਦੇ ਉੱਤੇ, ਠੀਕ ਆ। ਕੌਣ ਸੀਗਾ? ਆਪਣਾ ਦੌਲਤ ਖਾਨ ਲੋਧੀ ਸੀਗਾ, ਠੀਕ ਆ। ਦੌਲਤ ਖਾਨ ਲੋਧੀ ਬਾਰੇ ਆਪਾਂ ਪੰਜਾਬ ਜੀਕੇ 'ਚ ਥੋੜਾ ਜਿਹਾ ਪੜ੍ਹ ਵੀ ਚੁੱਕੇ ਹਾਂ। ਤਾਂ ਜੀ ਇਬਰਾਹਿਮ ਲੋਧੀ ਦੇ ਚਾਚਾ ਆਲਮ ਖਾਨ ਲੋਧੀ ਅਤੇ ਰਾਣਾ ਸਾਂਗਾ ਦੁਆਰਾ ਭਾਰਤ ਤੇ ਹਮਲਾ ਕਰਨ ਲਈ ਸੱਦਾ ਦਿੱਤਾ ਗਿਆ ਸੀ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਦੋਂ ਸ਼ਾਸਕਾਂ ਦੀ ਇੱਕ ਦੂਜੇ ਦੇ ਨਾਲ ਨਹੀਂ ਬਣਦੀ ਹੁੰਦੀ ਸੀ, ਲੋਧੀ ਸ਼ਾਸਕ ਆਪਾਂ ਪੜ੍ਹਿਆ ਸੀ ਨਾ, ਲੋਧੀ ਸ਼ਾਸਕ ਇਸ ਤੋਂ ਪਹਿਲਾਂ ਰਾਜ ਕਰਦੇ ਹੁੰਦੇ ਸੀਗੇ। ਜਦੋਂ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਹੁੰਦੀ ਸੀ ਤਾਂ ਇਹ ਬਾਹਰੋਂ ਕਿਸੇ ਨੂੰ ਵੀ ਅਟੈਕ ਲਈ ਸੱਦਾ ਦੇ ਦਿੰਦੇ ਹੁੰਦੇ ਸੀ। ਜਿਵੇਂ ਪਹਿਲਾਂ ਆਪਾਂ ਪਿਛਲੀ ਕਲਾਸਾਂ ਦੇ ਵਿੱਚ ਪੜ੍ਹਿਆ ਸੀਗਾ, ਗੌਰੀ ਨੂੰ ਬੁਲਾ ਲਿਆ ਸੀਗਾ ਜੈਚੰਦ ਨੇ, ਠੀਕ ਆ। ਸੋ ਇਸੇ ਤਰ੍ਹਾਂ ਇਹਨਾਂ ਨੇ ਦੌਲਤ ਖਾਨ ਲੋਧੀ ਹੋ ਗਿਆ ਤੇ ਇਬਰਾਹਿਮ ਲੋਧੀ ਦਾ ਚਾਚਾ ਸੀਗਾ ਆਲਮ ਖਾਨ ਲੋਧੀ ਤੇ ਰਾਣਾ ਸਾਂਗਾ, ਇਹਨਾਂ ਨੇ ਬੁਲਾ ਲਿਆ ਕਿ ਆ ਜਾ ਤੂੰ ਭਾਰਤ ਦੇ ਉੱਤੇ ਹਮਲਾ ਕਰ। ਹੁਣ ਜੀ ਸਭ ਤੋਂ ਜ਼ਰੂਰੀ ਇੰਪੋਰਟੈਂਟ ਪੁਆਇੰਟ ਜਿਹੜਾ ਪੰਜਾਬ ਦੇ ਪੇਪਰਾਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਪੁੱਛ ਚੁੱਕੇ ਨੇ ਉਹ, ਠੀਕ ਆ, ਆਹ ਵਾਲੀ ਲਾਈਨ ਦੇ ਵਿੱਚ, ਆਹ ਵਾਲੀ ਲਾਈਨ ਦੇ ਵਿੱਚੋਂ ਹਮੇਸ਼ਾ ਕੁਐਸਚਨ ਪੁੱਛਿਆ ਜਾਂਦਾ ਵਾ। ਹੁਣ ਜੀ 1519 ਈਸਵੀ ਵਿੱਚ ਕਾਬਲ ਦੇ ਬਾਦਸ਼ਾਹ ਜਹੀਰੂ ਉਦ ਦੀਨ ਬਾਬਰ, ਠੀਕ ਹੈ, ਤਾਂ ਪੂਰਾ ਨਾਮ ਇਹ ਸੀਗਾ, ਠੀਕ ਆ, ਪੰਜਾਬ ਦੇ ਉੱਤੇ ਪਹਿਲੀ ਵਾਰ ਹਮਲਾ ਕੀਤਾ। ਪਹਿਲਾ ਕੁਐਸਚਨ ਤੁਹਾਡਾ ਇਹ ਹੋ ਗਿਆ। ਦੂਜਾ ਕੁਐਸਚਨ ਤੁਹਾਡਾ ਆਏਗਾ ਕਿ ਉਹਨੇ ਸਭ ਤੋਂ ਪਹਿਲਾਂ ਕਿੱਥੇ ਜਿੱਤ ਦਰਜ ਕੀਤੀ। ਸਭ ਤੋਂ ਪਹਿਲਾਂ ਉਹਨੇ ਕਿੱਥੇ ਜੀ, ਬਜੌਰ ਜਿੱਤਿਆ, ਫਿਰ ਉਹਨੇ ਭੇਰਾ ਜਿੱਤਿਆ, ਠੀਕ ਆ। ਉਸ ਤੋਂ ਬਾਅਦ ਉਸਨੇ ਆਪਣੇ ਜਿੱਤੇ ਹੋਏ ਪ੍ਰਬੰਧ ਦਾ ਜਿਹੜਾ ਖੇਤਰ ਸੀਗਾ ਉਹ ਹਿੰਦੂ ਬੇਗ ਨੂੰ ਸੌਂਪ ਦਿੱਤਾ ਅਤੇ ਕਾਬਲ ਵਾਪਸ ਆ ਜਾਂਦਾ ਹੁੰਦਾ ਸੀ, ਠੀਕ ਆ। ਬਾਬਰ ਨੇ ਜੀ 5 ਵਾਰੀ ਪੰਜਾਬ ਤੇ ਹਮਲਾ ਕੀਤਾ। ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਬਾਬਰ ਨੇ ਕਿੰਨੀ ਵਾਰ ਆਪਣੇ ਪੰਜਾਬ ਦੇ ਉੱਤੇ ਹਮਲਾ ਕੀਤਾ। ਪਹਿਲਾ ਹਮਲਾ ਤੁਹਾਨੂੰ ਯਾਦ ਹੋਣਾ ਚਾਹੀਦਾ 1519 ਈਸਵੀ 'ਚ ਕੀਤਾ। ਜਿਹੜਾ 5ਵਾਂ ਹਮਲਾ ਸੀ ਉਹ ਇਹਨੇ 1525 ਈਸਵੀ 'ਚ ਕੀਤਾ ਸੀ। ਉਸ ਤੋਂ ਪਹਿਲਾਂ 1519 'ਚ ਕਿਹਾ ਜਾਂਦਾ ਕਿ ਦੂਜੇ ਤੇ ਤੀਜਾ ਹਮਲਾ 1920 'ਚ ਕੀਤਾ, ਚੌਥਾ ਹਮਲਾ 24 'ਚ, ਪੰਜਵਾਂ ਹਮਲਾ 25। ਜਿਹੜਾ 25 ਵਾਲਾ ਹਮਲਾ ਸੀ ਇਹੀ ਬਾਅਦ ਚੋਂ 1526 ਦਾ ਜਿਹੜਾ ਆਪਣੀ ਸੀਗੀ ਪਾਣੀਪਤ ਦੀ ਜੰਗ, ਜੋ ਆਪਾਂ ਅੱਗੇ ਪੜਾਂਗੇ, ਠੀਕ ਆ। ਇਹਦੇ ਵਿੱਚ ਫਿਰ ਤਾਂ ਇਹਨੇ ਭਾਰਤ ਦੇ ਉੱਤੇ ਹੀ ਕਬਜ਼ਾ ਕਰ ਲਿਆ ਸੀਗਾ। ਦੇਖੋ ਜੀ ਹੁਣ
ਹੁਣ ਜੀ ਇਹ ਚੀਜ਼ ਤੁਹਾਨੂੰ ਯਾਦ ਹੋ ਗਈ ਹੋਏਗੀ, ਠੀਕ ਆ। ਜੇਕਰ ਨਹੀਂ ਯਾਦ ਹੋਈ ਤਾਂ PDF ਤੋਂ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ। ਜੇਕਰ ਤੁਸੀਂ ਨੋਟਬੁੱਕ ਵੀ ਲਾਈ ਹੋਈ ਆ ਉਹਦੇ ਉੱਤੇ ਆਹ ਪੁਆਇੰਟ ਜ਼ਰੂਰ ਲਿਖਣੇ ਆ। 5 ਹਮਲੇ, ਪਹਿਲੀ ਵਾਰ ਹਮਲਾ 1519 ਚ, ਬਸ ਗੱਲ ਖਤਮ, ਠੀਕ ਆ ਜੀ। ਬਾਬਰ ਨੇ ਪਹਿਲਾ ਕਿੰਗ ਜਿਹੜਾ ਸੀ। ਹੁਣ ਕੀ ਹੁੰਦਾ ਵਾ ਜੀ ਆਪਣੇ 5ਵੇਂ ਹਮਲੇ 'ਚ, ਠੀਕ ਆ ਜੀ, 1525 ਚ ਬਾਬਰ ਨੇ ਕੀ ਕੀਤਾ ਜੀ, 12,000 ਸਿਪਾਹੀ ਲੈ ਕੇ ਕਾਬਲ ਤੋਂ ਪੰਜਾਬ ਵੱਲੀ ਨੂੰ ਵੱਧ ਗਿਆ, ਠੀਕ ਆ। ਤਾਂ ਉਹਨੇ ਕੀ ਕੀਤਾ, ਦੌਲਤ ਖਾਂ ਲੋਧੀ ਨਾਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਬੁਲਾਇਆ ਵੈਸੇ ਦੌਲਤ ਖਾਂ ਲੋਧੀ ਨੇ ਹੀ ਸੀ, ਮਤਲਬ ਇਹਨਾਂ ਦੇ ਵਿੱਚ ਤੁਹਾਨੂੰ ਮੈਂ ਉਹੀ ਗੱਲ ਕਰਦਾ ਕਿ ਮਨ ਮੁਟਾਵ ਪੈਦਾ ਹੋ ਜਾਂਦੇ ਹੁੰਦੇ ਸੀ ਜਦੋਂ ਇੱਕ ਦੂਜੇ ਦੇ ਵਿੱਚ, ਕਿਉਂਕਿ ਦੌਲਤ ਖਾਂ ਲੋਧੀ ਨੇ ਵੀ ਇਹਨੂੰ ਤਾਂ ਬੁਲਾਇਆ ਸੀ ਕਿ ਮੈਂ ਦਿੱਲੀ ਦੀ ਗੱਦੀ ਦੇ ਉੱਤੇ ਰਾਜ ਕਰਨਾ ਵਾ, ਠੀਕ ਆ। ਸੋ ਕਿਉਂਕਿ ਇਹਦੀ ਬਣਦੀ ਨਹੀਂ ਸੀ ਹੁੰਦੀ ਉਹਦੀ ਇਬਰਾਹਿਮ ਲੋਧੀ ਦੇ ਨਾਲ, ਠੀਕ ਆ, ਤਾਂ ਕਰਕੇ ਦੌਲਤ ਖਾਂ ਲੋਧੀ ਨੇ। ਹੁਣ ਕੀ ਹੁੰਦਾ ਵਾ ਜੀ, ਇਹ ਕਹਿੰਦਾ ਜੀ ਇਹਨੂੰ ਸਜ਼ਾ ਦਿੱਤੀ ਜਾਵੇ ਜੋ ਬਾਬਰ ਦੇ ਇਰਾਦਿਆਂ ਤੋਂ ਜਾਣੂ ਹੋਣ ਤੇ ਆਪਣੇ ਪੁੱਤਰ ਗਾਜੀ ਖਾਨ ਨਾਲ ਲਾਹੌਰ ਭੱਜ ਗਿਆ, ਠੀਕ ਆ ਜੀ। ਗਾਜੀ ਖਾਨ ਇਹਦਾ ਪੁੱਤਰ ਸੀਗਾ ਗਾਜੀ ਖਾਨ, ਦੌਲਤ ਖਾਨ ਲੋਧੀ ਦਾ, ਤਾਂ ਇਹ ਲਾਹੌਰ ਭੱਜ ਗਿਆ। ਅਖੀਰ ਦੇ ਵਿੱਚ ਕੀ ਹੁੰਦਾ ਵਾ ਜੀ, ਦੌਲਤ ਖਾਨ ਲੋਧੀ ਨੇ ਬਾਬਰ ਅੱਗੇ ਆਤਮ ਸਮਰਪਣ ਕਰਤਾ। ਦੌਲਤ ਖਾਨ ਲੋਧੀ ਕਹਿੰਦਾ ਵੀ ਹਾਂਜੀ ਮੈਂ ਤੁਹਾਡੇ ਅੱਗੇ ਪੂਰਾ ਸਰੈਂਡਰ ਕਰ ਰਿਹਾ ਮੈਂ। ਤਾਂ ਫਿਰ ਕੀ ਹੁੰਦਾ ਜੀ, ਲਾਹੌਰ ਤੋਂ ਬਾਬਰ ਪੰਜਾਬ ਦੀ ਸਬ ਡਿਵੀਜ਼ਨ ਵੱਲ ਸਰਹੰਦ ਵੱਲ ਵੱਧ ਗਿਆ ਫਿਰ, ਠੀਕ ਆ, ਕਿਉਂਕਿ ਇੱਥੇ ਤਾਂ ਉਹਨੇ ਕਬਜ਼ਾ ਕਰ ਲਿਆ। ਤਾਂ ਉਹਨੇ ਅੰਬਾਲਾ ਵੀ ਜਿੱਤ ਲਿਆ, ਬਾਅਦ ਚੋਂ ਹਾਂਸੀ ਵੀ ਜਿੱਤਿਆ, ਹਿਸਾਰ ਵੀ ਜਿੱਤਿਆ, ਫਿਰੋਜ਼ਾ। ਫਿਰ ਇਹ ਕਰਦੇ ਕਰਾਉਂਦੇ ਉਹਨੇ ਕੀ ਕੀਤਾ ਕਿ ਉਸਨੇ ਆਪਣੇ ਪੁੱਤਰ ਨੂੰ ਭੇਜਿਆ ਅਤੇ ਬਾਬਰ ਉਧਰਲੀ ਸਾਈਡ ਨੇ ਇੱਕ ਪਾਸੇ ਨੂੰ ਆਪਦੇ ਪੁੱਤਰ ਨੂੰ ਭੇਜਤਾ ਹਮਾਯੂ, ਜਿਹਦੇ ਬਾਰੇ ਕਿ ਆਪਾਂ ਅਗਲੀ ਇਸੇ ਕਲਾਸ ਦੇ ਵਿੱਚ ਪੜਾਂਗੇ, ਠੀਕ ਆ, ਜਿਹੜਾ ਕਿ ਅਗਲਾ ਸ਼ਾਸਕ ਸੀਗਾ। ਤਾਂ ਖੁਦ ਉਹ ਕੀ ਕੀਤਾ ਇਹਨੇ ਜੀ, ਪਾਣੀਪਤ ਨੂੰ ਜਿੱਤਣ ਲਈ ਦਿੱਲੀ ਵੱਲ ਨੂੰ ਵੱਧ ਗਿਆ, ਠੀਕ ਆ। ਹੁਣ ਆ ਗਈ ਆ ਜੀ ਅਸਲੀ ਇੱਕ ਹੋਰ ਪੁਆਇੰਟ ਜਿਹੜਾ ਕਿ ਪੇਪਰ ਦੇ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਵਾ। ਪਾਣੀਪਤ ਦੀ ਪਹਿਲੀ ਲੜਾਈ ਕਦੋਂ, ਕਿੱਥੇ, ਕਿਸ ਵਿਚਕਾਰ ਹੋਈ? ਇਹ 3 ਪੁਆਇੰਟ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਬਿਲਕੁਲ। ਮਤਲਬ ਜੇ ਤੁਹਾਡੇ ਕੋਲ ਨੋਟਬੁੱਕ ਲੱਗੀ ਹੋਈ ਆ, PDF ਤੇ ਵੀ ਇਕੱਲੇ ਤੇ ਡਿਪੈਂਡ ਨਾ ਰਹੋ, ਉਹ ਤਾਂ ਮੈਂ ਤੁਹਾਨੂੰ ਸ਼ੇਅਰ ਕਰ ਹੀ ਦੇਣੀ ਆ। ਜੇਕਰ ਤੁਸੀਂ ਇਹ 3 ਪੁਆਇੰਟ ਤੁਹਾਨੂੰ ਯਾਦ ਨੇ ਤਾਂ ਪੇਪਰ ਦੇ ਵਿੱਚ ਕੁਐਸਚਨ ਬਣੇਗਾ ਹੀ ਬਣੇਗਾ, ਠੀਕ ਆ। ਇਹਦੇ ਵਿੱਚੋਂ ਹੁਣ ਦੇਖੋ 21 ਅਪ੍ਰੈਲ 1526, ਇਹਦੀ ਤੁਹਾਨੂੰ ਡੇਟ ਵੀ ਯਾਦ ਹੋਣੀ ਚਾਹੀਦੀ ਆ। ਤੇ 1526 ਨੂੰ 5ਵੇਂ ਮੁਹਿੰਮ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਹਾਂ ਭਾਰਤ ਦੇ ਉੱਤੇ ਉਹ ਸਫਲ ਰਹਿ ਗਿਆ ਸੀ ਬਾਬਰ। 21 ਅਪ੍ਰੈਲ 1526 ਨੂੰ ਇਹ ਲੜਾਈ ਹੋਈ ਸੀ ਪਾਣੀਪਤ ਦੀ, ਜਿਹਨੂੰ ਆਪਾਂ ਪਹਿਲੀ ਲੜਾਈ ਕਰਦੇ ਆ ਇਬਰਾਹਿਮ ਲੋਧੀ ਦੇ ਨਾਲ, ਜਿਹੜਾ ਲੋਧੀ ਵੰਸ਼ਕ ਦਾ, ਜਿਹੜੀ ਲੋਧੀ ਡਾਇਨੈਸਟੀ ਦਾ ਲਾਸਟ ਸ਼ਾਸਕ ਸੀਗਾ, ਆਖਰੀ ਸ਼ਾਸਕ ਇਬਰਾਹਿਮ ਲੋਧੀ, ਉਹਨੂੰ ਹਰਾਤਾ ਸੀ ਇਹਨੇ, ਠੀਕ ਹੈ ਜੀ। ਸੋ ਇਹਨੂੰ ਮਾਰਤਾ ਸੀ, ਠੀਕ ਹੈ, ਇਹਦਾ ਕਤਲ ਕਰਤਾ ਸੀਗਾ ਉਹਨੇ ਉਸ ਲੜਾਈ ਦੇ ਵਿੱਚ, ਠੀਕ ਹੈ, ਇਬਰਾਹਿਮ ਲੋਧੀ ਦਾ। ਫਿਰ ਕੀ ਹੋ ਗਿਆ ਜੀ, ਇਹ ਭਾਰਤੀ ਉਪ ਮਹਾਦੀਪ ਵਿੱਚ ਬਾਰੂਦ ਦੇ ਹਥਿਆਰ ਅਤੇ ਖੇਤਰੀ ਤੋਪਖਾਨੇ ਨੂੰ ਸ਼ਾਮਲ ਕਰਨ ਵਾਲੀ ਜਿਹੜੀ ਇਹ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਨਾ, ਤਾਂ ਇਹਦੇ ਵਿੱਚ ਬੜੇ ਜ਼ਬਰਦਸਤ ਮਤਲਬ ਬਾਰੂਦ ਦੇ ਹਥਿਆਰਾਂ ਦੀ ਵਰਤੋਂ ਹੋਈ ਸੀ, ਇੱਕ ਤੋਪਾਂ ਦੀ ਬਹੁਤ ਜ਼ਬਰਦਸਤ ਵਰਤੋਂ ਹੋਈ ਸੀ। ਸਭ ਦੀਆਂ ਪੁਰਾਣੀਆਂ ਲੜਾਈਆਂ ਵਿੱਚੋਂ ਇੱਕ ਪਹਿਲੀ ਲੜਾਈ ਸੀ ਜੋ ਇਸ ਲੜਾਈ ਵਿੱਚ ਮੁਗਲਾਂ ਦੁਆਰਾ ਪੇਸ਼ ਕੀਤੀ ਗਈ ਸੀ, ਠੀਕ ਹੈ। ਮੁਗਲ ਲੈ ਕੇ ਆਏ ਸੀਗੇ ਇਹ ਚੀਜ਼ਾਂ ਨੂੰ, ਸੋ ਉਹਦੇ ਸਾਹਮਣੇ ਮਤਲਬ ਟਿਕ ਨਹੀਂ ਸੀ ਸਕਿਆ ਇਬਰਾਹਿਮ ਲੋਧੀ। ਹੁਣ ਕੀ ਹੁੰਦਾ ਵਾ ਜੀ, ਹੁਣ ਇਹਦੀਆਂ ਲੜਾਈਆਂ ਨਾ 4 ਲੜਾਈਆਂ ਤੁਸੀਂ ਇਹਦੀਆਂ ਥੋੜ੍ਹੀਆਂ ਜਿਹੀਆਂ ਚੰਗੀ ਤਰ੍ਹਾਂ ਯਾਦ ਕਰਦੇ ਹੋ। 1526 ਦੀ ਲੜਾਈ ਤੁਹਾਨੂੰ ਯਾਦ ਕਰਾਤੀ ਹੋਈ ਆ ਮੈਂ, ਠੀਕ ਹੈ। 21 ਅਪ੍ਰੈਲ 1526 ਨੂੰ ਪਾਣੀਪਤ ਦੀ ਪਹਿਲੀ ਲੜਾਈ। ਹੁਣ ਹੁੰਦਾ ਜੀ ਲਗਾਤਾਰ ਹੋਣੀਆਂ ਲੜਾਈਆਂ, ਕੋਈ ਬਾਹਲੀਆਂ ਔਖੀਆਂ ਨਹੀਂ। 26 ਤੁਹਾਨੂੰ ਯਾਦ ਹੋ ਗਿਆ, ਦੂਜੀਆਂ ਆਪੇ ਹੋ ਜਾਂਦੀਆਂ। 1927 ਨੂੰ ਖਾਨਵਾ ਦੀ ਲੜਾਈ ਹੋਈ, ਜਿਹਦੇ ਵਿੱਚ ਕਿ ਮੇਵਾੜ ਦੇ ਰਾਣਾ ਸਾਂਗਾ ਨੂੰ ਹਰਾਇਆ ਨੇ, ਠੀਕ ਹੈ, ਰਾਣਾ ਸਾਂਗਾ। ਫਿਰ ਰਾਣਾ ਸਾਂਗਾ ਨਾਲ ਲੜਾਈ ਹੋਈ, ਉਹਨੂੰ ਹਰਾ ਕੇ ਫਿਰ ਬਾਬਰ ਨੇ ਇੱਕ ਗਾਜੀ ਦਾ ਖਿਤਾਬ ਲਿਆ। ਪੇਪਰ ਦੇ ਵਿੱਚ ਆਊਗਾ ਕਿ ਗਾਜੀ ਦਾ ਖਿਤਾਬ ਕਿਹੜੇ ਮੁਗਲ ਸ਼ਾਸਕ ਨੇ ਸਭ ਤੋਂ ਪਹਿਲਾਂ ਲਿਆ ਸੀ, ਕਿਹਨੇ ਲਿਆ ਸੀ? ਬਾਬਰ ਨੇ, ਠੀਕ ਆ। ਸੋ ਇਹਦੀ ਲੜਾਈ ਤੋਂ ਬਾਅਦ ਖਾਨਵਾ ਦੀ ਲੜਾਈ ਤੋਂ ਬਾਅਦ 1528 ਚ ਕੀ ਹੁੰਦਾ ਜੀ, ਚੰਦੇਰੀ ਦੀ ਲੜਾਈ ਹੁੰਦੀ, ਜਿਹਦੇ ਵਿੱਚ ਕਿ ਇੱਕ ਹੋਰ ਰਾਜਪੂਤ ਸ਼ਾਸਕ ਮੈਦਨੀ ਰਾਏ ਸੀਗਾ, ਉਹਨੂੰ ਹਰਾਤਾ ਇਹਨੇ। ਨੈਕਸਟ ਕਰਦੇ ਹਾਂ ਜੀ ਹੁਣ ਆਪਾਂ 1529 ਚ, ਠੀਕ ਆ। 1529 ਚ ਕੀ ਹੁੰਦਾ, ਜਿਹੜੀ ਕਿ ਚੌਥੀ ਲੜਾਈ ਹੋ ਗਈ ਬਾਬਰ ਦੀ, ਠੀਕ ਆ। ਤਾਂ ਇਹਨੇ ਘਾਗਰਾ ਦੀ ਲੜਾਈ ਦੇ ਵਿੱਚ ਮੁਹੰਮਦ ਲੋਧੀ, ਇਬਰਾਹਿਮ ਲੋਧੀ ਦਾ ਚਾਚਾ ਹੁੰਦਾ ਸੀ, ਮਤਲਬ ਥੋੜੇ ਕੋਈ ਜਿਵੇਂ ਹੁਣ ਰਾਜ ਕਰਦਾ ਹੁੰਦਾ, ਜਿਵੇਂ ਘਾਗਰਾ ਦੀ ਲੜਾਈ ਹੋ ਗਈ, ਥੋੜੇ ਸ਼ਾਸਕ ਰਹਿ ਜਾਂਦੇ ਹੁੰਦੇ ਸੀ, ਸੋ ਉਹਦਾ ਪੂਰਾ ਹੀ ਸਫਾਇਆ ਕਰਤਾ ਸੀਗਾ ਇਹਨੇ, ਠੀਕ ਆ। ਸੋ ਲੋਧੀ ਵੰਸ਼ ਦਾ ਤਾਂ ਘਾਗਰਾ ਦੀ ਲੜਾਈ ਹੋਈ, ਜਿਹਦੇ ਵਿੱਚ ਉਹਨੇ ਮੁਹੰਮਦ ਲੋਧੀ ਨੂੰ ਹਰਾਇਆ, ਠੀਕ ਆ। ਹੁਣ ਜੀ ਕਹਿੰਦੇ ਆ ਜੀ ਇੱਕ ਹੋਰ ਤੁਸੀਂ ਚੀਜ਼ ਯਾਦ ਕਰੋ ਕਿ ਘਾਗਰਾ ਦੀ ਲੜਾਈ ਜਿਹੜੀ ਸੀ ਉਹ ਪਹਿਲੀ ਲੜਾਈ ਸੀ ਜਿਹਦੇ ਵਿੱਚ ਕਿ ਮਤਲਬ ਮੈਡੀਵਲ ਟਾਈਮ ਦੇ ਵਿੱਚ ਮੱਧਕਾਲੀਨ ਭਾਰਤ ਦੌਰਾਨ ਇੱਕੋ ਸਮੇਂ ਦੇ ਵਿੱਚ ਜ਼ਮੀਨ ਤੇ ਵੀ ਲੜੀ ਗਈ ਸੀ ਤੇ ਪਾਣੀ 'ਚ ਵੀ ਲੜੀ ਗਈ ਸੀ। ਸੋ ਇਹ ਵੀ ਯਾਦ ਰੱਖਣਾ ਕਿ ਜਿਹੜੀ ਆਹ ਵਾਲੀ ਲੜਾਈ ਸੀ ਨਾ, ਘਾਗਰਾ ਦੀ ਲੜਾਈ, ਇਹਦੇ ਵਿੱਚ ਜ਼ਮੀਨ ਤੇ ਪਾਣੀ ਦੋਨਾਂ ਦੇ ਵਿੱਚ ਲੜੀ ਗਈ ਸੀ। ਪੇਪਰ 'ਚ ਕਈ ਵਾਰ ਕੁਐਸਚਨ ਬਣ ਸਕਦਾ ਵਾ। ਹੁਣ ਇਹਨੂੰ ਤੁਹਾਨੂੰ ਮੈਂ ਯਾਦ ਕਰਨ ਦਾ ਥੋੜਾ ਜਿਹਾ ਤਰੀਕਾ ਦੱਸਦਾ ਵਾਂ, ਠੀਕ ਆ, ਜਿਹੜਾ ਕਿ ਕਿਹਾ ਜਾਂਦਾ ਕਿ ਇਸ ਤਰ੍ਹਾਂ ਯਾਦ ਕਰਨਾ ਚਾਹੁੰਦਾ ਵਾ, ਠੀਕ ਆ ਜੀ। ਬਾਬਰ ਨੇ ਕੀ ਕੀਤਾ ਜੀ, ਪਾਣੀਪਤ ਲਈ 1526 ਤੋਂ ਲੈ ਕੇ 30 ਤੱਕ ਮੈਂ ਤੁਹਾਨੂੰ ਇਹਦੇ ਇਵੈਂਟ ਯਾਦ ਕਰਾ ਰਿਹਾ ਵਾਂ ਹੁਣ, ਠੀਕ ਹੈ, ਇੱਕ ਟ੍ਰਿਕ ਨਾਲ। 1526 ਤੋਂ ਲੈ ਕੇ 30 ਤੱਕ ਦੇਖੋ ਜੀ, ਇੱਕ ਲਾਈਨ ਯਾਦ ਕਰਨੀ ਆ ਬਾਬਰ ਬਾਰੇ, ਠੀਕ ਆ। ਪਾਣੀ ਪੀਆ, ਠੀਕ ਹੈ ਜੀ, ਪਾਣੀ ਪੀਆ, ਪਾਣੀ ਤੋਂ ਮਤਲਬ ਪਾਣੀਪਤ, ਠੀਕ ਆ। ਨੈਕਸਟ ਆ ਗਿਆ ਖਾਨਵਾ ਦੀ ਲੜਾਈ, ਖਾਨਵਾ ਦਾ ਮਤਲਬ ਖਾਣਾ ਖਾਇਆ, ਠੀਕ ਹੈ ਜੀ। ਖਾਨਵਾ ਦੀ ਲੜਾਈ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ, 26 ਤੋਂ 30 ਤੱਕ ਕਰਾ ਰਹੇ ਹਾਂ, ਠੀਕ ਆ। ਚੰਦੇਰੀ ਦੀ ਲੜਾਈ ਤੋਂ ਆ ਗਿਆ ਚੰਦ ਦੇਖਾ, ਠੀਕ ਆ। ਪਾਣੀ ਪੀਆ, ਖਾਣਾ ਖਾਇਆ, ਚੰਦ ਦੇਖਿਆ, ਠੀਕ ਆ। ਫਿਰ ਅੱਗੇ ਆ ਗਿਆ ਜੀ ਸਾਡਾ ਘਰ ਗਿਆ, ਠੀਕ ਹੈ। ਪਾਣੀ ਪੀਆ, ਚੰਦ ਦੇਖਾ, ਖਾਣਾ ਖਾਇਆ ਤੇ ਘਰ ਗਿਆ, ਤੇ ਲਾਸਟ ਦੇ ਉੱਤੇ 1530 ਦੇ ਵਿੱਚ ਇਹ ਮਰ ਗਿਆ। 1530 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਆ। ਮੌਤ ਦਾ ਈਅਰ ਵੀ ਤੁਹਾਨੂੰ ਯਾਦ ਹੋ ਗਿਆ, ਠੀਕ ਆ। ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਬਾਰ-ਬਾਰ ਕਰਵਾ ਰਿਹਾ ਵਾਂ, ਠੀਕ ਆ। ਸੋ ਇਹਨੂੰ ਯਾਦ ਕਰ ਲਓ, ਆਪਦੇ ਕੋਲੇ ਲਿਖ ਲਓ, ਠੀਕ ਆ ਜੀ। ਪਾਣੀ ਪੀਆ, ਪਾਣੀ ਤੋਂ ਹੋ ਗਿਆ ਪਾਣੀਪਤ, ਠੀਕ ਆ ਜੀ। ਖਾਣਾ ਖਾਇਆ, ਖਾਣਾ ਤੋਂ ਖਾਨਵਾ, ਚੰਦੇਰੀ ਦੀ ਤੋਂ ਚੰਦ ਦੇਖਿਆ, ਠੀਕ ਆ। ਘਾਗਰਾ ਤੋਂ ਆ ਗਿਆ ਘਰ ਗਿਆ,
ਤੇ ਲਾਸਟ ਆ ਗਿਆ ਮਰ ਗਿਆ ਮਤਲਬ 30 ਦੇ ਵਿੱਚ ਮਰ ਗਿਆ। 1526 ਤੋਂ ਲੈ ਕੇ 30 ਤੱਕ ਤੁਹਾਡੇ ਇਹ ਸਾਰੇ ਇਵੈਂਟ ਯਾਦ ਹੋ ਗਏ, ਇਹਦੀਆਂ ਲੜਾਈਆਂ ਵੀ ਯਾਦ ਹੋ ਗਈਆਂ, ਸਾਰਾ ਕੁਝ ਹੋ ਗਿਆ, ਠੀਕ ਹੈ। ਸੋ ਇਹ ਯਾਦ ਕਰ ਲਿਓ ਥੋੜਾ ਜਿਹਾ। ਹੁਣ ਜੀ ਇੱਕ ਆ ਵੀ ਜ਼ਰੂਰ ਆਉਂਦਾ ਹੁੰਦਾ ਵਾ ਕਿ ਇੱਕ ਇਹਦੀ ਆਪਣੀ ਬਾਬਰਨਾਮਾ ਇਹਨੇ ਲਿਖਿਆ ਸੀ, ਠੀਕ ਆ। ਬਾਬਰਨਾਮਾ ਜਿਹਨੂੰ ਕਿ ਤੁਜਕੇ ਬਾਬਰੀ ਵੀ ਕਹਿ ਦਿੰਦੇ ਆ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆਊਗਾ ਕਿ ਬਾਬਰ ਦੀ ਜਿਹੜੀ ਆਤਮ ਕਥਾ ਵਾ ਉਹਦਾ ਨਾਮ ਕੀ ਆ, ਬਾਬਰਨਾਮਾ ਲਿਖਿਆ ਹੋਇਆ ਹੋਊਗਾ ਜਾਂ, ਕਿਉਂਕਿ ਜ਼ਿਆਦਾਤਰ ਉਹ ਤੁਜਕੇ ਬਾਬਰੀ ਲਿਖਣਗੇ, ਠੀਕ ਆ। ਸੋ ਵਿੱਚ ਦੀ ਤੁਹਾਨੂੰ ਕਨਫਿਊਜ਼ ਕਰਨ ਲਈ ਕੋਈ ਹੋਰ ਬਾਬਰ ਦੇ ਨਾਮ ਦੇ ਨਾਲ ਰਿਲੇਟਡ ਕਰਕੇ ਕੋਈ ਹੋਰ ਨਾਮ ਦੇਣਗੇ, ਠੀਕ ਆ ਵਿੱਚ। ਸੋ ਇੱਕ ਹੋਰ ਆਉਂਦਾ ਹੁੰਦਾ, ਇੱਕ ਆਊਗਾ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ, ਕਿਉਂਕਿ ਇਹ ਤਾਂ ਤੁਹਾਡੇ ਮਤਲਬ ਇਸੇ ਤਰ੍ਹਾਂ ਤੁਹਾਨੂੰ ਯਾਦ ਹੋ ਜਾਊਗਾ। ਜੇਕਰ ਇਹ ਕੁਐਸਚਨ ਨਹੀਂ ਬਣਦਾ ਤਾਂ ਦੂਜੇ ਨੰਬਰ ਤੇ ਕੁਐਸਚਨ ਹੋਊਗਾ ਕਿ ਉਹਨੂੰ ਫਾਰਸੀ ਦੇ ਵਿੱਚ ਟਰਾਂਸਲੇਟ ਕਿਹਨੇ ਕੀਤਾ ਸੀ। ਅਬਦੁਲ ਰਹੀਮ ਖਾਨੇ ਖਾਨਾ ਨੇ, ਠੀਕ ਆ। ਫਾਰਸੀ 'ਚ ਕੀਤਾ ਸੀ। ਅੰਗਰੇਜ਼ੀ 'ਚ ਕਿਹਨੇ ਕੀਤਾ ਸੀ? ਅੰਗਰੇਜ਼ੀ 'ਚ ਕੀਤਾ ਸੀ ਜੀ ਮੈਡਮ ਬ੍ਰੇਬਿਜ਼ ਨੇ, ਅੰਗਰੇਜ਼ੀ ਦੇ ਵਿੱਚ ਕੀਤਾ ਸੀ। ਹੁਣ ਮਤਲਬ ਕਿ ਇਹ ਜਿਹੜਾ ਇਤਿਹਾਸ ਹੁੰਦਾ ਨਾ, ਜ਼ਿਆਦਾਤਰ ਆਪਾਂ ਨੂੰ ਇਤਿਹਾਸ ਦੀਆਂ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਇਹ ਜ਼ਿਆਦਾਤਰ ਆਪਾਂ ਨੂੰ ਐਵੇਂ ਬੁੱਕਸ ਵਗੈਰਾ ਤੋਂ ਹੀ ਮਿਲਦੀਆਂ ਨੇ। ਜਿਵੇਂ ਕਿਸੇ ਨੇ ਕੋਈ ਆਤਮ ਕਥਾ ਲਿਖਤੀ, ਕਿਸੇ ਹੋਰ ਨੇ ਮਤਲਬ ਉਹਦੇ ਨਾਲ ਕੋਈ ਰੂਲਰ ਚੱਲ ਰਿਹਾ ਹੁੰਦਾ, ਮਤਲਬ ਬਹੁਤ ਜ਼ਿਆਦਾ ਵਧੀਆ ਕੋਈ ਕਵੀ ਆ, ਠੀਕ ਆ, ਕਵੀ ਸੰਤ ਆ, ਤਾਂ ਉਹ ਨਾ ਜਦੋਂ ਕੋਈ ਵੀ ਮਤਲਬ ਬੁੱਕਸ ਵਗੈਰਾ ਲਿਖਦੇ ਹੁੰਦੇ ਸੀ, ਕੋਈ ਕਿਤਾਬ ਲਿਖ ਦਿੰਦੇ ਹੁੰਦੇ ਸੀ, ਠੀਕ ਆ, ਉਹਦੀ ਜੀਵਨੀ ਦੇ ਉੱਤੇ, ਜਾਂ ਖੁਦ ਵੀ ਉਹ ਬੰਦਾ ਲਿਖ ਦਿੰਦਾ ਹੁੰਦਾ ਸੀਗਾ ਆਪਦੀ ਜੀਵਨੀ ਦੇ ਉੱਤੇ, ਕਿਤਾਬਾਂ ਵਗੈਰਾ ਲਿਖਦੇ ਹੁੰਦੇ ਸੀਗੇ। ਉਹਦੇ ਨਾਲ ਫਿਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਮਤਲਬ ਉਹ ਆਪਦੇ ਆਪ ਨੂੰ ਦਰਜ ਕਰਾਉਣਾ ਚਾਹੁੰਦੇ ਹੁੰਦੇ ਨੇ, ਤਾਂ ਕਰਕੇ ਉਹ ਹਰੇਕ ਚੀਜ਼ ਲਿਖਦੇ ਨੇ। ਫਿਰ ਉਹਦੇ ਨਾਲ ਹੀ ਆਪਾਂ ਨੂੰ ਇਤਿਹਾਸ ਦੇ ਹੋਣ ਦੇ ਥੋੜ੍ਹੇ ਜਿਹੇ ਸਬੂਤ ਮਿਲਦੇ ਨੇ, ਠੀਕ ਆ। ਨੈਕਸਟ ਕਰਦੇ ਹਾਂ ਜੀ ਆਪਾਂ। ਹੁਣ ਦੇਖੋ ਜੀ ਅੱਗੇ ਕੀ ਹੁੰਦਾ ਵਾ ਜੀ, ਉਸ ਦੀ ਜਿੱਤ ਨੇ ਕੀ ਕੀਤਾ ਜੀ, ਭਾਰਤ ਦੇ ਵਿੱਚ ਬਰੂਦ ਅਤੇ ਤੋਪਖਾਨੇ ਦੀ ਤੇਜ਼ੀ ਨਾਲ ਪ੍ਰਸਿੱਧ ਕਰਾਈ। ਜਿਹੜੀ ਆਪਾਂ ਮੈਂ ਤੁਹਾਨੂੰ ਕਿਹਾ ਹੀ ਸੀ ਕਿ ਬਾਬਰ ਦੀ ਜਦੋਂ 1526 ਚ ਪਾਣੀਪਤ ਦੀ ਲੜਾਈ ਹੋਈ ਜੀ, ਚ ਇਬਰਾਹਿਮ ਲੋਧੀ ਨੂੰ ਇਹਨੇ ਹਰਾਇਆ, ਉਹਦੇ ਵਿੱਚ ਬੜੀ ਜ਼ਬਰਦਸਤ ਗਨ ਪਾਵਰ ਤੇ ਆਪਣੀ ਬਰੂਦ ਤੇ ਤੋਪਖਾਨੇ ਦੀ ਵਰਤੋਂ ਹੋਈ ਸੀ, ਬਹੁਤ ਜ਼ਿਆਦਾ ਮਤਲਬ ਤੇਜ਼ੀ ਨਾਲ ਪ੍ਰਸਿੱਧੀ ਹਾਸਲ ਕਰ ਗਈ ਸੀ ਫਿਰ ਇਸ ਚੀਜ਼ ਨੇ। ਹੁਣ ਜੀ ਕੁਸ਼ਾਣਾ ਤੋਂ ਬਾਅਦ ਉਹ ਵਿਅਕਤੀ ਸੀ, ਉਹ ਪਹਿਲਾ ਵਿਅਕਤੀ ਸੀ ਜਿਹਨੇ ਕਾਬੁਲ ਕੰਧਾਰ ਨੂੰ ਭਾਰਤੀ ਸਾਮਰਾਜ ਦੇ ਵਿੱਚ ਲੈ ਕੇ ਆਂਦਾ, ਠੀਕ ਹੈ ਜੀ। ਭਾਰਤੀ ਸਾਮਰਾਜ ਦੇ ਵਿੱਚ 1530 ਦੇ ਵਿੱਚ ਮੈਂ ਤੁਹਾਨੂੰ ਕਰਤਾ ਕਿ 1530 ਦੇ ਵਿੱਚ ਇਹਦੀ ਮੌਤ ਹੋ ਗਈ ਸੀ। ਫਿਰ ਇਹਨੂੰ ਕੀ ਕੀਤਾ ਸੀ, ਆਗਰਾ ਦੇ ਆਰਾਮ ਬਾਗ ਦੇ ਵਿੱਚ ਦਫਨਾ ਦਿੱਤਾ ਸੀਗਾ ਇਹਨੂੰ। ਤਾਂ ਉਹਨਾਂ ਦੀ ਦੇਹ ਨੂੰ ਬਾਅਦ ਵਿੱਚ ਕੀ ਹੋਇਆ ਜੀ, ਕਾਬਲ ਦੇ ਆਰਾਮ ਬਾਗ ਲਿਜਾਇਆ ਗਿਆ, ਕਾਬਲ ਦੇ ਆਰਾਮ ਬਾਗ ਲਿਜਾਇਆ ਗਿਆ ਤੇ ਬਾਬਰ ਦੀ ਕਬਰ ਅਫਗਾਨਿਸਤਾਨ ਦੇ ਵਿੱਚ, ਠੀਕ ਆ। ਜੇਕਰ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਵੇ, ਠੀਕ ਆ ਜੀ, ਕਿੱਥੇ ਆਪਣੀ ਸਥਿਤ ਆ, ਕਾਬਲ ਦੇ ਵਿੱਚ ਸਥਿਤ ਆ ਇਹਦੀ ਕਬਰ। ਟੌਂਬ ਦੇ ਉੱਤੇ ਬਹੁਤ ਵਾਰ ਕੁਐਸਚਨ ਬਣਦੇ ਨੇ, ਠੀਕ ਆ, ਕਿ ਬਾਬਰ ਦੀ ਕਿੱਥੇ ਆ, ਆਪਣੀ ਔਰੰਗਜ਼ੇਬ ਦੀ ਕਿੱਥੇ ਆ, ਅਕਬਰ ਦੀ ਕਿੱਥੇ ਆ, ਇਹ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਕਰਵਾਈ ਜਾ ਰਿਹਾ ਮੈਂ, ਠੀਕ ਆ। ਸੋ ਇਹਦੀ ਕਿੱਥੇ ਆ, ਫਿਰ ਬਾਅਦ ਵਿੱਚ ਇਹਨੂੰ ਕਾਬਲ ਦੇ ਵਿੱਚ ਆ। ਹੁਣ ਇਹ ਕਾਬਲ ਦੇ ਵਿੱਚ ਬਾਗ ਏ ਬਾਬਰ ਗਾਰਡਨ ਦੇ ਵਿੱਚ ਸਥਿਤ ਆ। ਕਾਬਲ ਕਿੱਥੇ ਆ, ਕਾਬਲ ਅਫਗਾਨਿਸਤਾਨ ਦੇ ਵਿੱਚ। ਨੈਕਸਟ ਆਪਾਂ ਚੱਲਦੇ ਹਾਂ ਜੀ। ਹੁਣ ਆ ਗਏ ਜੀ ਆਪਾਂ ਹਿਮਾਯੂ ਤੇ। ਦੇਖੋ ਹੁਣ ਆਪਾਂ ਬਾਬਰ ਪੜ੍ਹ ਲਿਆ, ਜਿੰਨਾ ਇੰਪੋਰਟੈਂਟ ਬਣਦਾ ਸੀ ਉਹਨਾਂ ਆਪਾਂ ਪੜ੍ਹ ਲਿਆ। ਉਹ ਜ਼ਿਆਦਾ ਆਪਾਂ ਨੂੰ ਬੁੱਕਸ ਦੇ ਵਿੱਚ ਬਹੁਤ ਦਿੱਤਾ ਹੋਇਆ, ਇੰਨਾ ਆਪਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ। ਆਪਾਂ ਸਿਰਫ ਉਹ ਚੀਜ਼ਾਂ ਪੜ੍ਹਨੀਆਂ ਨੇ ਜਿਹਦੇ ਚੋਂ ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ। ਹੁਣ ਆ ਗਿਆ ਜੀ ਹਮਾਯੂ। ਹਮਾਯੂ ਕੌਣ ਸੀ ਜੀ? ਹਮਾਯੂ ਪੁੱਤਰ ਸੀਗਾ ਇਹਦਾ ਆਪਣਾ ਬਾਬਰ ਦਾ। ਹੁਣ ਦੇਖੋ ਜੀ ਇਹਨਾਂ ਦੇ ਵਿੱਚ ਵੀ ਬੜੀ ਇਹਦਾ ਪੀਰੀਅਡ ਸੀਗਾ ਨਾ ਜਿਹੜਾ ਹਮਾਯੂ ਦਾ, ਇਹ ਬਹੁਤ ਜ਼ਿਆਦਾ ਸਟਰਗਲਿੰਗ ਪੀਰੀਅਡ ਸੀ। ਪਹਿਲਾਂ ਤਾਂ ਜੀ ਇਹਦਾ 1530 ਤੋਂ ਲੈ ਕੇ, ਕਿਉਂਕਿ ਇਹ ਤਾਂ ਇਹਨੂੰ ਮਿਲ ਹੀ ਜਾਣਾ ਸੀ, 1530 ਦੇ ਵਿੱਚ ਬਾਬਰ ਮਰ ਗਿਆ ਤਾਂ ਇਹ ਉੱਤਰਾਧਿਕਾਰੀ ਚੁਣਿਆ ਗਿਆ, ਠੀਕ ਆ, ਵੀ ਭਾਰਤ ਦਾ ਰਾਜਾ ਜਿਹੜਾ ਸੀ ਇਹ ਬਣੂਗਾ, ਠੀਕ ਆ। ਬਾਬਰ ਤੇ ਇਹਦੀ ਮਾਤਾ ਦਾ ਨਾਮ ਕੀ ਸੀ? ਮਹਿਮ ਅਨਾਗਾ ਬੇਗਮ ਦਾ ਪੁੱਤਰ ਸੀ। ਹੁਣ ਦੇਖੋ ਜੀ 1530 ਦੇ ਵਿੱਚ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ 1530 ਦੇ ਵਿੱਚ ਇਹਨਾਂ ਨੂੰ ਮਿਲ ਗਿਆ। 1540 ਚ ਉਸ ਤੋਂ ਬਾਅਦ ਨਾ ਅੱਗੇ ਆਪਾਂ ਪੜਾਂਗੇ, ਠੀਕ ਆ। ਉਸ ਤੋਂ ਬਾਅਦ ਇਹਦੀ ਸ਼ੇਰ ਸ਼ਾਹ ਸੂਰੀ ਦੇ ਨਾਲ ਲੜਾਈ ਹੋਈ। ਸ਼ੇਰ ਸ਼ਾਹ ਸੂਰੀ ਡਾਇਨੈਸਟੀ ਦਾ ਸ਼ਾਸਕ ਸੀਗਾ, ਉਹਦੇ ਨਾਲ ਲੜਾਈ ਹੋ ਗਈ। ਫਿਰ ਉਹਦੇ ਨਾਲ ਜਦੋਂ ਲੜਾਈ ਹੋਈ ਉਹਦੇ ਵਿੱਚ ਇਹਨੂੰ ਇੱਕ ਵਾਰੀ ਭੱਜਣਾ ਪਿਆ ਭਾਰਤ ਤੋਂ। ਆਪਦਾ ਸਾਰਾ ਬਣਿਆ ਬਣਾਇਆ ਜਿਹੜਾ ਬਾਬਰ ਨੇ ਸਥਾਪਿਤ ਕੀਤਾ ਸੀ ਜਾਂ ਇਹਨੇ ਵੀ ਅੱਗੇ ਲੈ ਕੇ ਗਿਆ ਸੀ, ਤਾਂ ਸ਼ੇਰ ਸ਼ਾਹ ਸੂਰੀ ਬਹੁਤ ਵੱਡਾ ਸ਼ਾਸਕ ਸੀਗਾ, ਠੀਕ ਆ। ਉਹਨੇ ਇਹਨੂੰ ਹਰਾ ਕੇ ਇੱਕ ਵਾਰੀ ਹਮਾਯੂ ਨੂੰ ਭਜਾਤਾ ਸੀਗਾ ਇੱਕ ਵਾਰੀ। ਫਿਰ ਦੇਖ ਲਓ ਤੁਸੀਂ 40 ਤੋਂ ਲੈ ਕੇ 15 ਸਾਲ ਉਸ ਤੋਂ ਬਾਅਦ ਇਹਦਾ ਦੁਬਾਰਾ ਸ਼ਾਸਨ ਸ਼ੁਰੂ ਹੁੰਦਾ 1555 ਤੋਂ ਲੈ ਕੇ 56 ਚ ਤਾਂ ਇਹਦੀ ਮੌਤ ਹੀ ਹੋ ਜਾਂਦੀ ਹੈ, ਠੀਕ ਆ। 1555 ਦੇ ਵਿੱਚ ਇਹ ਵਾਪਸ ਆਉਂਦਾ ਵਾ। ਵਾਪਸ ਆਉਂਦੇ ਤਾਰ ਉਦੋਂ ਤੱਕ ਮੇਰੇ ਅਕੋਰਡਿੰਗ ਸ਼ੇਰ ਸ਼ਾਹ ਸੂਰੀ ਦੀ ਮੌਤ ਹੋ ਚੁੱਕੀ ਹੁੰਦੀ ਆ। ਬਾਅਦ ਚੋਂ ਜਿਹੜੇ ਉਹਦੇ ਸ਼ਾਸਕ ਹੁੰਦੇ ਨੇ, ਠੀਕ ਆ, ਉਹਦਾ ਪੁੱਤਰ ਜਾਂ ਉਹਦਾ ਹੁੰਦਾ ਵਾ, ਤਾਂ ਉਹਦੇ ਵਿੱਚ ਜਦੋਂ ਹੁੰਦੀ ਆ ਲੜਾਈ ਤਾਂ ਇਹ ਉਹਨਾਂ ਨੂੰ ਹਰਾ ਕੇ ਆਪਦਾ ਰਾਜਪਾਟ ਦੁਬਾਰੇ ਹਾਸਲ ਕਰ ਲੈਂਦਾ ਹੁੰਦਾ, ਠੀਕ ਆ। ਸੋ ਨੈਕਸਟ ਆ ਗਿਆ ਜੀ ਹੁਣ ਆਪਣਾ। ਹੁਣ ਜੀ ਪੇਪਰ ਦੇ ਵਿੱਚ ਕਈ ਵਾਰ ਇਹ ਕੁਐਸਚਨ ਹੁੰਦਾ ਕਿ ਇਹੋ ਜਿਹਾ ਕਿਹੜਾ ਮੁਗਲ ਬਾਦਸ਼ਾਹ ਵਾ ਜਿਹਨੂੰ ਆਪਦੇ ਸ਼ਾਸਨ ਦੌਰਾਨ ਬਹੁਤ ਸਾਰਾ ਸਟਰਗਲ ਦਾ ਸਾਹਮਣਾ ਕਰਨਾ ਪਿਆ। ਸੋ ਉਹ ਹਮਾਯੂ ਹੀ ਸੀ, ਕਿਉਂਕਿ ਇਹ ਪਹਿਲਾਂ ਦੇਖੋ ਤੁਸੀਂ ਇੰਨੇ ਸਾਲ ਦਾ ਇਹ ਭਟਕਦਾ ਹੀ ਰਿਹਾ। ਅੱਗੇ ਕਰਦੇ ਹਾਂ ਜੀ ਆਪਾਂ। ਹੁਣ ਜੀ ਬਾਬਰ ਨੇ ਆਪਣਾ ਸਮਰਾਜ ਕੀ ਕੀਤਾ, ਇਹਨੇ ਹਮਾਯੂ ਦੇ 3 ਭਰਾ ਸੀ ਪਹਿਲੀ ਗੱਲ ਤਾਂ, ਠੀਕ ਆ। ਇੱਕ ਸੀਗਾ ਕਾਮਰਾਨ, ਇੱਕ ਸੀਗਾ ਹਿੰਦਲ, ਇੱਕ ਸੀਗਾ ਅਸਕਾਰੀ। ਇਸ ਲਈ ਹਮਾਯੂ ਨੂੰ ਗੱਦੀ ਤੇ ਚੜ੍ਹਦਿਆਂ ਅਸਲ ਮੁਸ਼ਕਲਾਂ ਦਾ ਸਾਹਮਣਾ ਕਰਨਾ। ਹੁਣ ਦੇਖੋ ਜੀ 3 ਜਦੋਂ ਵਾਂਸ਼ਕ ਹੋ ਗਏ ਵੀ ਹਾਂ ਵੀ ਆ 3 ਜਣੇ ਆ, ਤਾਂ ਉਹਦੇ ਵਿੱਚੋਂ ਹਮਾਯੂ ਨੂੰ ਚੁਣਿਆ ਉਹਨਾਂ ਨੇ। ਤਾਂ ਕਰਕੇ ਇਹ ਵੀ ਬਹੁਤ ਵੱਡੀ ਮਤਲਬ ਇਹ ਉਪਲਬਧੀ ਸੀਗੀ ਹਮਾਯੂ ਨੂੰ ਕਿਉਂ ਚੁਣਿਆ, ਕਿਉਂਕਿ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਆਪਸ ਦੇ ਵਿੱਚ ਵੀ ਹੁੰਦੀ ਰਹਿੰਦੀ ਸੀ। ਹੁਣ ਰੀਸੈਂਟਲੀ ਨਾ ਇੱਕ ਵੈਬ ਸੀਰੀਜ਼ ਬਣੀ ਹੋਈ ਹੈ ਇਹਨਾਂ ਦੇ ਉੱਤੇ ਬਾਬਰ ਕਰਕੇ ਸ਼ਾਇਦ ਬਾਬਰਨਾਮਾ ਬਣੀ ਹੋਈ ਆ, ਸ਼ਾਇਦ ਬਾਬਰ ਕਰਕੇ ਇਸ ਤਰ੍ਹਾਂ ਦੀ ਕੋਈ ਵੈਬ ਸੀਰੀਜ਼ ਬਣੀ ਹੋਈ ਆ ਜਿਹਦੇ ਬਾਰੇ ਪੂਰੀ ਤਰ੍ਹਾਂ ਨਾਲ ਬਾਬਰ ਬਾਰੇ ਵੀ ਦੱਸਿਆ ਹੋਇਆ ਵਾ, ਠੀਕ ਆ। ਹਮਾਯੂ ਨਹੀਂ ਦੱਸਿਆ, ਸ਼ਾਇਦ ਬਾਬਰ ਬਾਰੇ ਉਹਨਾਂ ਨੇ ਪੂਰਾ ਡਿਟੇਲ ਦੇ ਵਿੱਚ ਦੱਸਿਆ ਹੋਇਆ। ਸੋ ਨੈਕਸਟ ਕਰਦੇ ਹਾਂ ਜੀ। ਉਹਦੀ ਜੀ ਪਹਿਲੀ ਮੁਹਿੰਮ ਸੀਗੀ ਕਾਲਿੰਗ ਜ਼ਾਰ ਦੇ ਖਿਲਾਫ, ਠੀਕ ਆ। ਤੇ ਨੈਕਸਟ ਆਪਾਂ ਕਰਦੇ ਹਾਂ ਜੀ 1533 ਚ ਕੀ ਹੁੰਦਾ ਵਾ ਜੀ, ਠੀਕ ਆ। ਹਮਾਯੂ ਦੀ ਗੱਲ ਹੋ ਰਹੀ ਆ, ਹੁਣ ਆਪਣਾ ਬਾਬਰ ਖਤਮ ਹੋ ਚੁੱਕਿਆ ਵਾ।
1533 ਈਸਵੀ 'ਚ ਚਨਾਰ ਦੀ ਪਹਿਲੀ ਘੇਰਾਬੰਦੀ ਕੀਤੀ ਕਿ ਗੌੜ ਦੇ ਮਾਰਚ ਨੂੰ ਜਲਾਲ ਖਾਨ ਦੁਆਰਾ ਰੋਕਿਆ ਗਿਆ। ਸੋ ਅੱਗੇ ਕੀ ਹੋ ਗਿਆ, ਸ਼ੇਰ ਖਾਨ ਜਿਹੜਾ ਕਿ ਸ਼ੇਰ ਸ਼ਾਹ ਨੇ ਆਪਣੇ ਪੁੱਤਰ ਕੁਤਬ ਖਾਨ ਨੂੰ ਹੁਮਾਯੂੰ ਦੇ ਦਰਬਾਰ ਦੇ ਵਿੱਚ ਭੇਜ ਕੇ ਨਾ ਮਾਤਰ ਅਧੀਨਗੀ ਦੀ ਪੇਸ਼ਗੀ ਕੀਤੀ। ਠੀਕ ਹੈ, ਮਤਲਬ ਇਸ ਤਰ੍ਹਾਂ ਸੀ, ਪਹਿਲਾਂ ਇੱਕ ਵਾਰੀ ਗੱਲਬਾਤ ਕਰਦੇ ਹੁੰਦੇ ਸੀਗੇ ਇਹ। ਹੁਣ ਹੋਈ ਜੀ ਚਨਾਰ ਦੀ ਦੂਜੀ ਘੇਰਾਬੰਦੀ 1538 'ਚ ਸ਼ੇਰ ਸ਼ਾਹ ਦਾ ਪੁੱਤਰ ਸੀਗਾ ਕਿ ਜਲਾਲ ਖਾਨ, ਉਹਦੇ ਤੇ ਨੇ ਰੋਕ ਲਾਤੀ ਤਾਂ ਹੁਮਾਯੂੰ ਨੇ ਕੀ ਕੀਤਾ ਜੀ, ਸ਼ੇਰ ਖਾਨ ਤੋਂ ਗੌੜ ਉੱਤੇ ਕਬਜ਼ਾ ਕਰ ਲਿਆ। ਮਤਲਬ ਇਹਨਾਂ ਦੇ ਵਿੱਚ ਖੜਕਦੀ ਰਹਿੰਦੀ ਸੀ ਸ਼ੇਰ ਖਾਨ ਦੇ ਵਿਰੁੱਧ। ਠੀਕ ਹੈ, ਸ਼ੇਰ ਸ਼ਾਹ ਸੂਰੀ ਹੋ ਗਿਆ ਜਿਹੜਾ। ਤਾਂ ਨੈਕਸਟ ਕੀ ਹੁੰਦਾ ਵਾ ਜੀ ਸਾਡਾ ਜੀ ਚੌਸਾ ਦੀ ਲੜਾਈ ਹੋ ਗਈ। ਆਹ ਦੋ ਲੜਾਈਆਂ ਯਾਦ ਕਰ ਲਓ ਚੰਗੀ ਤਰ੍ਹਾਂ, ਇੱਕ ਚੌਸਾ ਦੀ ਲੜਾਈ, ਇੱਕ ਕਨੌਜ ਦੀ ਲੜਾਈ। ਇਹ ਦੋਨੇ ਲੜਾਈਆਂ ਸ਼ੇਰ ਸ਼ਾਹ ਸੂਰੀ ਤੇ ਹੁਮਾਯੂੰ ਦੇ ਵਿੱਚ ਲੜੀਆਂ ਗਈਆਂ ਸੀ ਤੇ ਸ਼ੇਰ ਸ਼ਾਹ ਸੂਰੀ ਨੇ ਇਹਨਾਂ ਦੇ ਵਿੱਚ ਹੁਮਾਯੂੰ ਨੂੰ ਬੁਰੀ ਤਰ੍ਹਾਂ ਨਾਲ ਹਰਾਤਾ ਸੀ ਤੇ ਹੁਮਾਯੂੰ ਭੱਜ ਗਿਆ ਸੀ ਇੱਥੋਂ। ਇਹ ਯਾਦ ਰੱਖਣਾ ਵਾ, ਹੁਮਾਯੂੰ ਇੱਥੋਂ ਨਿਕਲ ਗਿਆ ਸੀ, ਠੀਕ ਆ, ਭੱਜ ਗਿਆ ਸੀ, ਆਪਦਾ ਪੂਰਾ ਰਾਜਪਾਟ ਛੱਡ ਕੇ ਭੱਜ ਗਿਆ ਸੀ ਕਿਉਂਕਿ ਇਹਨਾਂ ਬੁਰੀ ਤਰ੍ਹਾਂ ਨਾਲ ਹਰਾਤਾ ਸੀਗਾ ਸ਼ੇਰ ਸ਼ਾਹ ਸੂਰੀ ਨੇ। ਠੀਕ ਆ, ਤਾਂ ਉਹਨੇ ਕੀ ਕੀਤਾ 15 ਸਾਲ, ਆਹ ਦੇਖੋ ਜੀ ਹੁਣ ਉਹਦਾ ਸਟਰਗਲ ਪੀਰੀਅਡ ਸੀ, ਉਹ 15 ਸਾਲ ਮਤਲਬ ਉਹ ਇੱਥੋਂ ਬਾਹਰ ਹੀ ਰਿਹਾ, ਵੀ ਮਤਲਬ ਆਪਣਾ ਇੰਡੀਆ ਤੋਂ ਬਾਹਰ ਰਿਹਾ, ਕਦੇ ਕਿਤੇ ਚਲਿਆ ਕਦੇ ਕਿਤੇ। ਹੁਣ ਕੀ ਹੋਇਆ ਜੀ, ਉਹ ਸ਼ਾਹ ਹੁਸੈਨ ਅਰਗੁਨਾ ਦੇ ਰਾਜ ਦੌਰਾਨ ਸਿੰਧ ਵਿੱਚ ਵੀ ਭਟਕਦਾ ਰਿਹਾ। ਫਿਰ ਆਖਰ ਦੇ ਉੱਤੇ ਉਹ ਕਿੱਥੇ ਪਹੁੰਚ ਗਿਆ ਜੀ, ਇਰਾਨ ਚਲਿਆ ਗਿਆ, ਇਰਾਨੀ ਦਰਬਾਰ। ਠੀਕ ਹੈ, ਭੱਜ ਕੇ ਫਿਰ ਇਹ ਕਿੱਥੇ ਪਹੁੰਚ ਗਿਆ, ਇਰਾਨੀ ਦਰਬਾਰ ਪਹੁੰਚ ਗਿਆ। ਹੁਣ ਆਪਾਂ ਅੱਗੇ ਕਰਦੇ ਹਾਂ ਜੀ ਇਹਦੇ ਬਾਰੇ। ਤਾਂ ਜੀ ਉਹਨੂੰ 1555 ਈਸਵੀ ਵਿੱਚ ਵਾਪਸ ਆਉਣ ਦਾ ਮੌਕਾ ਮਿਲਿਆ ਦੁਬਾਰੇ। ਫਿਰ ਇਹਨੇ ਆਪਦੇ ਆਪ ਨੂੰ ਪੂਰਾ ਹੋ ਕੀਤਾ ਕਿ ਮੈਂ ਵਾਪਸ ਆਊਂਗਾ, ਵਾਪਸ ਆ ਕੇ ਇਹਨੂੰ ਸੂਰੀ ਡਾਇਨੈਸਟੀ ਨੂੰ ਉਹ ਕੱਢ ਕੇ ਤੇ ਇਹਦੇ ਉੱਤੇ ਭਾਰਤ ਦੇ ਉੱਤੇ ਦੁਬਾਰਾ ਆਪਦਾ ਕਬਜ਼ਾ ਸਥਾਪਿਤ ਕਰੂੰਗਾ। ਉਹ ਸਮੇਂ ਤੱਕ ਸ਼ੇਰ ਸ਼ਾਹ, ਮੈਂ ਤੁਹਾਨੂੰ ਪਹਿਲਾਂ ਕਿਹਾ ਸ਼ੇਰ ਸ਼ਾਹ ਸੂਰੀ ਦੀ ਉਸ ਟਾਈਮ ਦੇ ਉੱਤੇ ਮੌਤ ਹੋ ਗਈ, ਤਾਂ ਉਹਦਾ ਪੁੱਤਰ ਸੀਗਾ ਇਸਲਾਮ ਸ਼ਾਹ, ਉਹ 1553 ਤੱਕ ਉਹਦੀ ਵੀ ਮੌਤ ਹੋ ਚੁੱਕੀ ਸੀ। ਇੱਕ ਸੀਗਾ ਜੀ ਮੁਹੰਮਦ ਆਦਿਲ ਸ਼ਾਹ ਮੌਜ। ਠੀਕ ਹੈ, ਸੋ ਇਹ ਬੜਾ ਮੌਜ ਮਸਤੀ ਦਾ ਸ਼ੌਕੀਨ ਹੁੰਦਾ ਸੀ, ਮਤਲਬ ਦਾਰੂ ਦੂਰੂ ਪੀ ਕੇ ਪਿਆ ਰਹਿੰਦਾ ਹੁੰਦਾ ਸੀ। ਤਾਂ ਇਹਨੇ ਉਹਦੇ ਰਾਜ ਦੇ ਸਾਰੇ ਮਾਮਲੇ, ਉਹਦਾ ਮੰਤਰੀ ਹੁੰਦਾ ਸੀ ਇੱਕ ਹਿੰਮੂ ਹੀ ਦੇਖਦਾ ਹੁੰਦਾ ਸੀਗਾ। ਠੀਕ ਹੈ, ਜੋ ਜ਼ਿਆਦਾਤਰ ਮਤਲਬ ਇਹਨਾਂ ਤੋਂ ਛਡਾਉਣਾ ਬਹੁਤ ਸੌਖਾ ਸੀਗਾ, ਮਤਲਬ ਸ਼ੇਰ ਸ਼ਾਹ ਸੂਰੀ ਤੋਂ ਛਡਾਉਣਾ ਔਖਾ ਸੀਗਾ। ਇਹਨਾਂ ਤੋਂ ਜਿਵੇਂ ਮੁਹੰਮਦ ਆਦਿਲ ਸ਼ਾਹ ਹੋ ਗਿਆ, ਇਹਨਾਂ ਤੋਂ ਇਸਲਾਮ ਸ਼ਾਹ ਹੋ ਗਿਆ, ਇਹਨਾਂ ਤੋਂ ਛਡਾਉਣਾ ਸੌਖਾ ਸੀਗਾ। ਹੁਣ ਕੀ ਹੋ ਗਿਆ ਜੀ ਅੱਗੇ ਜੀ, ਉਹਦੇ ਸਭ ਤੋਂ ਵਫਾਦਾਰ ਸੀਗਾ ਜੀ ਬੈਰਾਮ ਖਾਨ ਨੇ ਉਹਦੀ ਮਦਦ ਕੀਤੀ। ਮੁਗਲਾਂ ਨੇ ਦਿੱਲੀ ਵੱਲ ਮਾਰਚ ਕੀਤੇ ਬਿਨਾਂ ਲਾਹੌਰ ਉੱਤੇ ਕਬਜ਼ਾ ਕਰ ਲਿਆ। ਅਫਗਾਨਾਂ ਵਿਰੁੱਧ ਮਾਛੀਵਾੜਾ ਦੀ ਲੜਾਈ ਹੋਈ। ਠੀਕ ਹੈ ਜੀ, ਫਿਰ ਸਿਕੰਦਰ ਸ਼ਾਹ ਦੇ ਵਿਰੁੱਧ ਸਰਹਿੰਦ ਦੀ ਲੜਾਈ ਤੋਂ ਬਾਅਦ ਫਿਰ ਕੀ ਹੋਇਆ ਜੀ, ਹੁਮਾਯੂੰ ਦੀ ਦੂਜੀ ਤਾਜਪੋਸ਼ੀ ਦਾ ਆਯੋਜਨ ਕੀਤਾ ਗਿਆ। ਮਤਲਬ ਕਬਜ਼ਾ ਕਰ ਹੀ ਲਿਆ। ਇਹ ਦੋ ਮਾਛੀਵਾੜਾ ਦੀ ਲੜਾਈ ਜਿੱਤ ਲਈ, ਸਰਹਿੰਦ ਦੀ ਪੰਜਾਬ ਦੇ ਵਿੱਚ ਲੜਾਈ ਜਿੱਤ ਲਈ, ਤੇ ਉਸ ਤੋਂ ਬਾਅਦ ਇਹ ਅੱਗੇ ਵਧ ਗਏ। ਠੀਕ ਹੈ ਜੀ, 1556 ਈਸਵੀ ਦੇ ਵਿੱਚ ਉਹ ਲਾਇਬ੍ਰੇਰੀ ਸ਼ੇਰ ਮੰਡਲ ਦਿੱਲੀ ਦੀਆਂ ਪੌੜੀਆਂ ਤੋਂ ਡਿੱਗ ਕੇ ਮਰ ਗਿਆ ਤੇ ਦਿਨ ਪਨਾਹ ਉਹਦੀ ਦੂਜੀ ਰਾਜਧਾਨੀ ਸੀ। ਠੀਕ ਆ, ਹੁਣ ਇੱਥੇ ਆ ਕੇ ਜੀ ਆਪਣਾ ਇਹਦਾ ਹੋ ਜਾਂਦਾ ਹੁਮਾਯੂੰ ਦਾ ਮਕਬਰਾ ਪੜ੍ਹ ਲਓ ਜੀ ਇੱਕ ਵਾਰੀ, ਜਿਹਨੂੰ ਆਪਾਂ ਟੌਂਬ ਕਹਿ ਦਿੰਦੇ ਆ। ਹੁਮਾਯੂੰ ਦਾ ਮਕਬਰਾ ਜਿਹੜਾ ਦਿੱਲੀ 'ਚ ਸਥਿਤ ਆ ਪਹਿਲੀ ਗੱਲ ਤਾਂ। ਠੀਕ ਆ, ਭਾਰਤ ਦੇ ਵਿੱਚ ਮੁਗਲ ਸਮਰਾਟ ਹੁਮਾਯੂੰ ਦਾ ਮਕਬਰੇ ਨੂੰ ਹੁਮਾਯੂੰ ਦੀ ਮੁੱਖ ਪਤਨੀ ਜਿਹੜੇ ਮਤਲਬ ਮਹਾਰਾਣੀ ਹਮੀਦਾ ਬਾਨੋ ਬੇਗਮ ਦੁਆਰਾ ਉਸਦੇ ਪੁੱਤਰ ਅਕਬਰ, ਠੀਕ ਆ ਜੀ, ਹੁਣ ਅਕਬਰ ਦਾ ਰਾਜ ਇਸ ਤੋਂ ਬਾਅਦ ਸ਼ੁਰੂ ਹੋਊਗਾ, ਸੋ ਅਕਬਰ ਦੀ ਸਰਪ੍ਰਸਤੀ ਤੇ ਬਣਾਇਆ ਗਿਆ ਸੀ। ਇਸ ਮਕਬਰੇ ਨੂੰ 1993 ਦੇ ਵਿੱਚ ਹੁਮਾਯੂੰ ਦਾ ਜਿਹੜੀ ਟੌਂਬ ਸੀ, ਮਕਬਰਾ ਹੁੰਦਾ ਟੌਂਬ, ਠੀਕ ਆ, ਜਿੱਥੇ ਉਹਨੂੰ ਦਫਨਾਇਆ ਜਾਂਦਾ ਹੁੰਦਾ, ਤਾਂ ਜੀ ਜਿਹੜੀ ਇਹਦੀ ਟੌਂਬ ਸੀ ਉਹਦੇ ਵਿੱਚ 1993 ਦੇ ਯੂਨੈਸਕੋ ਦੀ ਜਿਹੜੀ ਵਰਲਡ ਹੈਰੀਟੇਜ ਸਾਈਟ ਆ ਨਾ, ਉਹ ਘੋਸ਼ਿਤ ਕੀਤਾ ਗਿਆ ਸੀ। ਠੀਕ ਹੈ ਜੀ, ਹੁਣ ਇੱਥੇ ਆਪਣਾ ਖਤਮ ਹੋ ਗਿਆ। ਹੁਣ ਆਪਾਂ ਵਿਚਾਲੇ ਨਾ ਇਹ ਚੀਜ਼ ਨੂੰ ਕਦੇ ਵੀ ਮਿਕਸਅਪ ਨਾ ਕਰਿਓ। ਸ਼ੇਰ ਸ਼ਾਹ ਸੂਰੀ ਆ ਨਾ ਜਿਹੜਾ, ਸ਼ੇਰ ਸ਼ਾਹ ਸੂਰੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਗੱਲ ਸੋਚਣਾ ਕਿ ਮੁਗਲ ਅੰਪਾਇਰ ਦਾ ਸ਼ਾਸਕ ਨਹੀਂ ਸੀ ਇਹ। ਕਦੇ ਵੀ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਵੇ, ਇਹ ਮੈਂ ਇਸੇ ਲਈ ਅਲੱਗ ਤੋਂ ਐਡ ਕੀਤਾ ਹੋਇਆ। ਸ਼ੇਰ ਸ਼ਾਹ ਸੂਰੀ ਰਾਜਵੰਸ਼ ਦਾ ਸੀਗਾ। ਇਹ ਸ਼ੇਰ ਸ਼ਾਹ ਸੂਰੀ ਕੌਣ ਸੀ? ਇਹਨਾਂ ਡਿਸੈਂਡੈਂਟ ਸੀਗਾ ਜਿਹੜੇ ਆਪਣੇ ਲੋਧੀ ਵੰਸ਼ ਸੀਗਾ ਨਾ, ਲੋਧੀ ਖਾਨਦਾਨ, ਉਹਨਾਂ ਦਾ ਇਹ ਡਿਸੈਂਡੈਂਟ ਹੁੰਦਾ ਸੀਗਾ ਜਿਹੜਾ ਸ਼ੇਰ ਸ਼ਾਹ ਸੂਰੀ। ਤਾਂ ਇਹਨੇ ਕੀ ਕੀਤਾ ਜੀ, ਸ਼ੇਰ ਸ਼ਾਹ ਸੂਰੀ ਨੇ ਆਪਾਂ ਪੜ੍ਹਿਆ ਕਿ 1540 ਦੇ ਵਿੱਚ 139 ਦੇ ਵਿੱਚ ਇੱਕ ਚੌਸਾ ਦੀ ਲੜਾਈ ਹੋਈ ਤੇ ਕਨੌਜ ਦੀ ਲੜਾਈ ਹੋਈ। ਇਹਨਾਂ ਦੋਨਾਂ ਲੜਾਈਆਂ ਦੇ ਵਿੱਚ ਜਦੋਂ ਹਰਾਇਆ ਤੇ ਉਹ ਹਰਾ ਕੇ ਆਪਣਾ ਭੱਜ ਗਿਆ ਸੀ ਜਿਹੜਾ ਹੁਮਾਯੂੰ। ਹੁਣ ਆਪਾਂ ਇਹ ਵੀ ਚੀਜ਼ ਪੜ੍ਹਨੀ ਆ ਨਾ, 1540 ਤੋਂ ਲੈ ਕੇ 55 ਤੱਕ ਸ਼ੇਰ ਸ਼ਾਹ ਸੂਰੀ ਰਿਹਾ ਵਾ। ਇਹ ਵੀ ਆਪਾਂ ਕਿਵੇਂ ਛੱਡ ਸਕਦੇ ਹਾਂ, ਕਿਉਂਕਿ ਇਹਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾਂਦੇ ਨੇ। ਕਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਉਹ ਆਪਾਂ ਸਾਰੇ ਇਹਦੇ ਵਿੱਚ ਐਡ ਕੀਤੇ ਹੋਏ ਨੇ। ਠੀਕ ਆ, ਕਰਦੇ ਹਾਂ ਜੀ ਸ਼ੁਰੂ। ਹੁਣ ਜੀ ਅਸਲੀ ਨਾਮ, ਸ਼ੇਰ ਸ਼ਾਹ ਸੂਰੀ ਦਾ ਅਸਲੀ ਨਾਮ ਕੀ ਸੀ ਜੀ? ਇਹਦਾ ਅਸਲੀ ਨਾਮ ਸੀ ਫਰੀਦ। ਉਹ ਸਾਸ਼ਾਰਾਮ ਅਤੇ ਹਾਜੀਪੁਰ ਦੇ ਜਗੀਰਦਾਰ ਸੀਗਾ। ਹਸਨ ਦੇ ਘਰ ਪੈਦਾ ਹੋਇਆ ਸੀ। ਉਹ ਸੂਰੀ ਰਾਜਵੰਸ਼ ਦਾ ਫਾਊਂਡਰ ਸੀਗਾ। ਪਹਿਲੀ ਗੱਲ ਆ, ਠੀਕ ਆ, ਸੂਰੀ ਜਿਹੜੀ ਡਾਇਨੈਸਟੀ ਦਾ ਫਾਊਂਡਰ ਸੀਗਾ ਇਹ ਸ਼ੇਰ ਸ਼ਾਹ ਸੂਰੀ। ਹੁਣ ਕੀ ਹੋ ਗਿਆ ਜੀ, ਉਹਨੇ ਹਜ਼ਰਤ ਆਲਾ ਵੱਲੋਂ ਗੱਦੀ ਹਥਿਆ ਲਈ ਤਾਂ ਉਸਨੇ ਚੁਨਾਰ ਦੇ ਗਵਰਨਰ ਦੀ ਵਿਧਵਾ ਲਾਰਡ ਮਲਿਕਾ ਨਾਲ ਵਿਆਹ ਕਰਾ ਕੇ ਚੁਨਾਰ ਹਾਸਲ ਕਰ ਲਿਆ। ਠੀਕ ਆ, ਪੇਪਰ ਦੇ ਵਿੱਚ ਇਹ ਕੁਐਸਚਨ ਨਹੀਂ ਆਉਣਗੇ। ਠੀਕ ਆ, ਵੀ ਹਾਂ ਵੀ ਉਹਨੇ ਕੀ ਤੋਂ ਗੱਦੀ ਹਥਿਆਈ ਸੀ, ਕਿਹਦੇ ਨਾਲ ਉਹਨੇ ਵਿਆਹ ਕਰਵਾਇਆ ਸੀ। ਇਹ ਜਸਟ ਮੈਂ ਇੱਕ ਤੁਹਾਨੂੰ ਹੋ ਗਿਆ ਕਿ ਇੱਕ ਜੀਵਨੀ ਆਪਾਂ ਪੜ੍ਹ ਰਹੇ ਹਾਂ, ਆਪਾਂ ਨੂੰ ਥੋੜ੍ਹਾ ਬਹੁਤ ਪਤਾ ਹੋਣਾ ਚਾਹੀਦਾ ਵਾ। ਹੁਣ ਆ ਗਿਆ ਤੁਹਾਨੂੰ ਮੈਂ ਚੌਸਾ ਦੀ ਲੜਾਈ, ਇਹ ਨਾ ਇਹਦੇ ਈਅਰ ਜ਼ਰੂਰ ਯਾਦ ਕਰ ਲਿਓ। ਚੌਸਾ ਦੀ ਲੜਾਈ 1539 'ਚ ਹੋਈ ਸੀ। ਜਿਹੜੀ ਕਨੌਜ ਦੀ ਲੜਾਈ ਹੋਈ ਸੀ ਉਹ ਹੋਈ ਸੀ 1540 'ਚ। ਦੋਨਾਂ ਲੜਾਈਆਂ ਇਹ ਹੁਮਾਯੂੰ ਦੇ ਨਾਲ ਹੋਈਆਂ ਸੀ। ਠੀਕ ਆ, ਹੁਮਾਯੂੰ ਤੋਂ ਇਹਨੇ ਚੌਸਾ ਤੇ ਕਬਜ਼ਾ ਕਰ ਲਿਆ। ਉਹਨੇ ਸ਼ੇਰ ਸ਼ਾਹ ਦੀ ਉਪਾਧੀ, ਜਦੋਂ ਸ਼ੇਰ ਸ਼ਾਹ ਕਿਉਂ ਕਹਿਣ ਲੱਗੇ ਸ਼ੇਰ ਸ਼ਾਹ ਸੂਰੀ ਨੂੰ, ਠੀਕ ਆ, ਸੋ ਸ਼ੇਰ ਸ਼ਾਹ ਦੀ ਉਪਾਧੀ ਇਹਨੇ ਬਾਦਸ਼ਾਹ ਵਜੋਂ ਧਾਰਨ ਕੀਤੀ ਜਦੋਂ ਇਹਨੇ ਇਹਨੂੰ ਹਰਾਤਾ। ਤਾਂ ਨੈਕਸਟ ਹੋ ਗਿਆ ਜੀ, ਉਹਨੇ ਸਿੱਕੇ ਵੀ ਜਾਰੀ ਕੀਤੇ ਅਤੇ ਖੁਤਬਾ ਉਹਦੇ ਨਾਮ ਦੇ ਉੱਤੇ ਪੜ੍ਹਿਆ ਗਿਆ ਤੇ ਬੰਗਾਲ ਤੋਂ ਬਨਾਰਸ ਤੱਕ ਦਾ ਸਾਰਾ ਇਲਾਕਾ ਉਹਦੇ ਸਮਰਾਜ ਦੇ ਅਧੀਨ ਹੋ ਗਿਆ। ਹੁਣ ਅੱਗੇ ਪੜ੍ਹੋ ਜੀ।
हाँ जी, ਘਨੌਜ ਦੀ ਲੜਾਈ ਜਿਹੜੀ 1540  'ਚ ਹੋ ਗਈ, ਪਹਿਲਾਂ ਚੌਸਾ ਦੀ ਲੜਾਈ ਹੋਈ ਸੀ, ਇਹਦੇ ਵਿੱਚ ਇਹਨੇ ਕੀ ਕੀਤਾ, ਹਮਾਯੂੰ ਤੋਂ ਬਾਅਦ ਇਹਨੇ ਘਨੌਜ ਤੇ ਵੀ ਕਬਜ਼ਾ ਕਰ ਲਿਆ, ਠੀਕ ਆ, ਹਰਾਨੌ, ਕਿਉਂਕਿ ਇੱਥੋਂ ਆਹ ਲੜਾਈ ਤੋਂ ਬਾਅਦ ਇਹ ਭੱਜ ਗਿਆ ਸੀ ਹਮਾਯੂੰ। ਤਾਂ ਉਸ ਤੋਂ ਬਾਅਦ ਸਮੇਲ ਦੀ ਲੜਾਈ ਜਿਹੜੀ 1544 'ਚ ਹੋਈ, 'ਚ ਇਹਨੇ ਮਾਰਵਾੜ ਦੀਆਂ ਰਾਜਪੂਤ ਫੌਜਾਂ ਨੂੰ ਵੀ ਹਰਾਤਾ ਸੀ। ਨੈਕਸਟ ਹਾਂ ਜੀ, ਮੁੰਦਲ ਖੇੜਾ ਦੀ ਮੁਹਿੰਮ ਜਿਹੜੀ ਹੋਈ ਜੀ, ਉਸਦੇ ਜੀਵਨ ਦੀ ਆਖਰੀ ਮੁਹਿੰਮ ਸੀ। ਕਾਲਿੰਜ਼ਰ ਵਿਖੇ ਆਪਣੀ ਕਿਲੇ ਨੂੰ ਘੇਰਾਬੰਦੀ ਪਾਉਣ ਸਮੇਂ ਸ਼ੇਰ ਸ਼ਾਹ 1545 ਦੇ ਵਿੱਚ ਰਾਕਟ ਦੇ ਮੰਡਲ ਵਿੱਚ ਅੱਗ ਲੱਗਣ ਕਾਰਨ ਸੜ ਗਿਆ। ਮਤਲਬ ਕੋਈ ਲੜਾਈ ਚੱਲਦੀ ਪਈ ਸੀਗੀ ਉਸ ਟਾਈਮ ਦੇ ਉੱਤੇ, ਤਾਂ ਉਹਦੇ ਵਿੱਚ ਕੋਈ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਿ ਇਹਦੀ ਮਤਲਬ ਕਿ ਰਾਕਟਾਂ ਦੇ ਬੰਡਲ ਨੂੰ ਅੱਗ ਲੱਗ ਗਈ, ਤਾਂ ਇਹਦੀ ਸ਼ੇਰ ਸ਼ਾਹ ਸੂਰੀ ਦੀ ਇੱਥੇ ਮੌਤ ਹੋ ਗਈ ਸੀ। ਠੀਕ ਹੈ ਜੀ। ਉਸਨੇ ਸਥਾਨਕ ਅਪਰਾਧਾਂ ਲਈ ਸਥਾਨਕ ਜ਼ਿੰਮੇਵਾਰ ਲੋਕਲ ਰਿਸਪੌਂਸਿਬਿਲਿਟੀ ਫॉर ਲੋਕਲ ਕ੍ਰਾਈਮ ਲਈ ਵੀ ਇਹਨੇ ਇੰਟਰੋਡਿਊਸ ਕੀਤਾ। ਹੁਣ ਦੇਖੋ ਜੀ, ਸਭ ਤੋਂ ਇੰਪੋਰਟੈਂਟ ਜਿਹੜਾ ਆ ਗਿਆ ਹੁਣ ਇਹਦਾ ਰੈਵੈਨਿਊ ਸਿਸਟਮ ਕਿਸ ਤਰ੍ਹਾਂ ਦਾ ਸੀ। ਰੈਵੈਨਿਊ ਸਿਸਟਮ ਦੇ ਵਿੱਚ ਇਹਨੇ ਜ਼ਮੀਨ ਨੂੰ, ਇਹ ਜਿਹੜੀ ਸਿਕੰਦਰੀ ਗਜ ਨਾਮਕ ਸੀਗਾ, ਠੀਕ ਆ, ਯੰਤਰ, ਤਾਂ ਉਹਦੇ ਨਾਲ ਮਾਪਿਆ ਜਾਂਦਾ ਸੀ ਤੇ ਔਸਤ ਪੈਦਾਵਾਰ ਦਾ 1/3 1/3 ਹਿੱਸਾ ਟੈਕਸ ਵਜੋਂ ਲਿਆ ਜਾਂਦਾ ਸੀ। ਕਿਸਾਨਾਂ ਨੂੰ ਪੱਤਾ ਅਤੇ ਕਬੂਲੀਅਤ ਦਿੱਤੀ ਜਾਂਦੀ ਸੀ, ਜਿਹਦੇ ਵਿੱਚ ਕਿ ਕਿਸਾਨਾਂ ਦੇ ਹੱਕ ਅਤੇ ਟੈਕਸ ਤੈਅ ਕੀਤੇ ਜਾਂਦੇ ਸੀ। ਜ਼ਿਮੀਂਦਾਰਾਂ ਨੂੰ ਹਟਾਇਆ ਨੇ ਕਿ ਤੇ ਟੈਕਸ ਸਿੱਧੇ ਤੌਰ ਤੇ ਇਕੱਠ ਕਰਨਾ ਹੈ, ਕਿਉਂ ਪਹਿਲਾਂ ਆਪਾਂ ਦੇਖਿਆ ਸੀ ਕਿ ਹਾਂ ਜ਼ਿਮੀਂਦਾਰ ਪ੍ਰਥਾ ਚੱਲਦੀ ਹੁੰਦੀ, ਜ਼ਿਮੀਂਦਾਰ ਹੁੰਦੇ, ਜ਼ਿਮੀਂਦਾਰ ਟੈਕਸ ਇਕੱਠਾ ਕਰਦੇ ਹੁੰਦੇ, ਜਿਹੜੇ ਟੈਕਸ ਵਗੈਰਾ ਲਾਉਂਦੇ ਹੁੰਦੇ ਸੀ ਸ਼ਾਸਕ, ਤਾਂ ਇਹਨੇ ਕੀ ਕੀਤਾ, ਜ਼ਿਮੀਂਦਾਰਾਂ ਨੂੰ ਹਟਾਤਾ, ਕਹਿੰਦੇ ਸਿੱਧੇ ਅਸੀਂ ਤਾਂ ਡਾਇਰੈਕਟਲੀ ਕਲੈਕਟ ਕਰਨਾ ਵਾ, ਠੀਕ ਆ। ਤਾਂ ਨੈਕਸਟ ਆ ਗਿਆ ਜੀ, ਸ਼ੇਰ ਸ਼ਾਹ ਨੇ ਨਿਯਮਿਤ ਡਾਕ ਸੇਵਾ ਵੀ ਸ਼ੁਰੂ ਕੀਤੀ, ਪੋਸਟਲ ਸਰਵਿਸ ਵੀ, ਇੱਕ ਰੈਗੂਲਰ ਪੋਸਟਲ। ਆ ਗਿਆ ਜੀ ਸਭ ਤੋਂ ਇੰਪੋਰਟੈਂਟ, ਸ਼ੇਰ ਸ਼ਾਹ ਸੂਰੀ ਨੇ ਚਾਂਦੀ ਦਾ ਰੁਪਈਆ, ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆਊ, ਹੂ ਇੰਟਰੋਡਿਊਸ ਸਿਲਵਰ ਰੁਪਈਆ, ਠੀਕ ਆ। ਸਿਲਵਰ ਰੁਪਈਆ ਕਿਹਨੇ ਇੰਟਰੋਡਿਊਸ ਕੀਤਾ ਸੀ? ਸ਼ੇਰ ਸ਼ਾਹ ਸੂਰੀ ਨੇ ਰੁਪਈਆ, ਠੀਕ ਆ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਹੁਣੇ ਰੀਸੈਂਟਲੀ PSSB ਕਲਰਕ ਦੇ ਵਿੱਚ ਸ਼ਾਇਦ ਇਹ ਕੁਐਸਚਨ ਪੁੱਛ ਚੁੱਕੇ ਨੇ, ਠੀਕ ਹੈ, PSSB। ਸੋ ਨੈਕਸਟ ਕਰਦੇ ਹਾਂ ਜੀ। ਹੁਣ ਆ ਗਿਆ ਜੀ ਸਾਡਾ ਜੀ, ਸ਼ੇਰ ਸ਼ਾਹ ਸੂਰੀ ਨੇ ਕੀ ਕੀਤਾ, ਸੜਕਾਂ ਬਣਾ ਕੇ ਆਵਾਜਾਈ 'ਚ ਸੁਧਾਰ ਕੀਤਾ। ਇਹਨੇ ਸ਼ੇਰ ਸ਼ਾਹ ਸੂਰੀ ਦੁਆਰਾ ਬਣਾਈਆਂ ਗਈਆਂ ਸੜਕਾਂ ਨੂੰ ਸਾਮਰਾਜ ਦੀਆਂ ਧਿਮਣੀਆਂ ਵੀ ਕਹਿੰਦੇ ਸੀ। ਸੜਕਾਂ ਦੀਆਂ ਸਰਾਵਾਂ ਬਣੀਆਂ ਹੋਈਆਂ ਸੀ। ਉਸਨੇ ਬੰਗਾਲ ਦੇ ਸੋਨਾਰਗਾਂਵ ਤੋਂ ਪਿਸ਼ਾਵਰ ਤੱਕ ਪੁਰਾਣੀ ਸੜਕ ਗ੍ਰੈਂਡ ਟਰੰਕ, ਹੁਣ ਪੇਪਰ ਦੇ ਵਿੱਚ ਕਦੇ ਵੀ ਕੁਐਸਚਨ ਆਵੇ ਕਿ ਹਾਂ ਜੀ ਗ੍ਰੈਂਡ ਟਰੰਕ ਰੋਡ, ਜਿਹੜਾ ਕਿ GT ਰੋਡ ਦਾ ਨਿਰਮਾਣ ਕਿਹਨੇ ਕਰਾਇਆ ਸੀ? ਸ਼ੇਰ ਸ਼ਾਹ ਸੂਰੀ ਨੇ ਕਰਾਇਆ ਸੀ। ਇਹ ਵੀ ਕੁਐਸਚਨ PSSB ਕਲਰਕ ਜਾਂ ਕਿਸੇ ਪੇਪਰ ਦੇ ਵਿੱਚ 2021 'ਚ ਪੁੱਛ ਚੁੱਕੀ ਆ PSSB। ਸੋ ਇੰਪੋਰਟੈਂਟ ਆ, ਬਹੁਤ ਵਾਰ ਪੁੱਛਿਆ ਹੋਇਆ, ਇਸ ਤਰ੍ਹਾਂ ਨਹੀਂ ਇੱਕ ਵਾਰੀ ਆਇਆ, ਬਹੁਤ ਵਾਰ ਇਹ ਕੁਐਸਚਨ ਪੰਜਾਬ ਦੇ ਪੇਪਰਾਂ 'ਚ ਚਾਹੇ ਸੈਂਟਰ ਦੇ ਪੇਪਰਾਂ 'ਚ ਬਹੁਤ ਵਾਰ ਰਿਪੀਟ ਹੋ ਚੁੱਕਿਆ, ਠੀਕ ਹੈ ਜੀ। ਇੱਕ ਸਿਲਵਰ ਕੋਇਨ ਰੁਪਈਆ, ਇੱਕ GT ਰੋਡ ਦਾ ਨਿਰਮਾਣ ਕਿਹਨੇ ਕਰਵਾਇਆ ਸੀ? ਸ਼ੇਰ ਸ਼ਾਹ ਸੂਰੀ ਨੇ। ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਹੁਣ ਜੀ ਉਹਨੇ ਜੀ ਪੁਰਾਣਾ ਕਿਲਾ ਵੱਡੇ ਤਣੇ ਨਾਲ ਬਣਾਇਆ ਸੀ, ਠੀਕ ਆ। ਹੀ ਬਿਲਡ ਆਲਸੋ GT ਰੋਡ ਦਾ ਆਪਾਂ ਕਰਵਾਈ ਦਿੱਤਾ, ਤੇ ਇਹਨੇ ਆਪਦੀ ਜਿਹੜੀ ਟੌਂਬ ਸੀਗੀ, ਠੀਕ ਆ, ਜਿੱਥੇ ਕਿ ਇਹਦਾ ਮਕਬਰਾ ਬਣਿਆ ਸੀ, ਠੀਕ ਆ, ਸਾਸਾਰਾਮ। ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਸ਼ੇਰ ਸ਼ਾਹ ਸੂਰੀ ਦੀ ਟੌਂਬ ਕਿੱਥੇ ਸਿਚੁਏਟਡ ਆ? ਸਾਸਾਰਾਮ ਕਿੱਥੇ ਸਿਚੁਏਟਡ ਆ? ਬਿਹਾਰ ਦੇ ਵਿੱਚ। ਇਹ ਵੀ ਯਾਦ ਹੋਣਾ ਚਾਹੀਦਾ ਵਾ, ਪੇਪਰ 'ਚ ਇਹ ਕੁਐਸਚਨ ਬਣਦਾ ਵਾ। ਮਲਿਕ ਮੁਹੰਮਦ ਯਾਸੀ ਨੇ ਆਪਣੇ ਰਾਜ ਦੌਰਾਨ ਪਦਮਾਵਤ ਹਿੰਦੀ ਦੇ ਵਿੱਚ ਲਿਖੀ, ਠੀਕ ਆ। ਸੋ ਤਾਰੀਖੇ ਸ਼ੇਰਸ਼ਾਹੀ ਨੂੰ ਉਸਦੇ ਦਰਬਾਰੀ ਇਤਿਹਾਸਕਾਰ ਅब्बास ਖਾਨ ਸਰਵਾਨੀ ਦੁਆਰਾ ਲਿਖਿਆ ਗਿਆ, ਠੀਕ ਹੈ। ਸੋ ਨੈਕਸਟ ਆ ਗਿਆ ਜੀ ਹੁਣ ਜੀ ਮੁਗਲ ਕਾਲ ਦਾ ਆਪਾਂ ਅੱਜ ਫਿਲਹਾਲ ਸਿਰਫ ਇਹ ਟੌਪਿਕ ਤੱਕ ਕਰਾਂਗੇ, ਠੀਕ ਹੈ, ਅਕਬਰ ਤੱਕ ਕਰਾਂਗੇ। ਉਸ ਤੋਂ ਬਾਅਦ ਆਪਾਂ ਜੀ ਜਹਾਂਗੀਰ ਹੋ ਗਿਆ, ਸ਼ਾਹਜਹਾਂ ਹੋ ਗਿਆ ਤੇ ਔਰੰਗਜ਼ੇਬ ਹੋ ਗਿਆ, ਤੇ ਉਸ ਤੋਂ ਬਾਅਦ ਜਿਹੜੇ ਸ਼ਾਸਕ ਰਹੇ ਨੇ, ਕਮਜ਼ੋਰ ਸ਼ਾਸਕ ਵੀ ਰਹੇ ਨੇ, ਉਹਨਾਂ ਬਾਰੇ ਆਪਾਂ ਇੱਕ ਵੀਡੀਓ ਦੇ ਵਿੱਚ ਪੂਰੀ ਕੱਲ ਨੂੰ ਆਪਾਂ ਤੁਹਾਨੂੰ ਵੀਡੀਓ ਪੇਸ਼ ਕਰਦਾ। ਸੋ ਅੱਜ ਮੈਂ ਕੋਸ਼ਿਸ਼ ਕਰਦਾ ਕਿ ਅੱਜ ਹੀ ਰਾਤ ਨੂੰ ਇਹ ਕਲਾਸ ਤਿਆਰ ਕੀਤੀ ਜਾਵੇ, ਦੂਸਰੀ ਵੀ। ਹਾਂ ਜੀ, ਮੁਗਲ ਕਾਲ ਦੁਬਾਰੇ ਫੇਰ ਜੀ ਆਪਣਾ ਦੇਖਿਆ ਸੀ ਕਿ ਇਹਨੇ ਦੁਬਾਰੇ ਫੇਰ ਪਾਵਰ ਦੇ ਵਿੱਚ ਆ ਗਿਆ ਸੀ ਜਦੋਂ ਵਾਪਸ ਆ ਗਿਆ ਸੀਗਾ, ਠੀਕ ਹੈ, ਹਮਾਯੂੰ। ਉਸ ਤੋਂ ਬਾਅਦ ਜੀ ਹਮਾਯੂੰ ਦਾ ਪੁੱਤਰ ਸੀਗਾ ਜੀ ਅਕਬਰ, ਠੀਕ ਹੈ ਜੀ। 1556 ਤੋਂ ਲੈ ਕੇ 1605 ਤੱਕ ਇਹਦਾ ਰਾਜਕਾਲ ਰਿਹਾ ਵਾ, ਸ਼ਾਸਨ ਰਿਹਾ ਵਾ। ਬਹੁਤ ਹੀ ਵਧੀਆ ਰਾਜਾ ਸੀਗਾ ਇਹ, ਕਿਹਾ ਜਾਂਦਾ ਵਾ ਕਿ ਬਹੁਤ ਵਧੀਆ ਰਾਜਾ ਸੀ। ਸੋ ਇਹਦਾ ਰਵੱਈਆ ਜਿਹੜਾ ਸੀ, ਜਿਹੜੇ ਬਾਕੀ ਦੇ ਰਾਜਿਆਂ ਦਾ ਸੀ, ਜਿਵੇਂ ਕਿ ਆਪਾਂ ਬਾਅਦ ਵਾਲੇ ਰਾਜੇ ਦੇਖਦੇ ਹਾਂ ਕਿ ਜਹਾਂਗੀਰ ਹੋ ਗਿਆ ਜਾਂ ਆਪਾਂ ਲਗਾ ਲਓ ਕਿ ਔਰੰਗਜ਼ੇਬ ਹੋ ਗਿਆ, ਇਹ ਬਹੁਤ ਜ਼ਿਆਦਾ ਕੱਟੜ ਸੀਗੇ, ਠੀਕ ਆ, ਵੀ ਮਤਲਬ ਉਹ ਕਰਦੇ ਹੁੰਦੇ, ਨਫ਼ਰਤ ਕਰਦੇ ਹੁੰਦੇ ਸੀਗੇ ਇਹ ਸਾਰੀਆਂ ਕੌਮਾਂ ਨਾਲ, ਚਾਹੇ ਸਿੱਖ ਹੋਵੇ ਚਾਹੇ ਹਿੰਦੂ ਹੋ ਗਏ। ਪਰ ਇਹ ਰਾਜਾ ਬਹੁਤ ਵਧੀਆ ਰਾਜਾ ਹੁੰਦਾ ਸੀ ਅਕਬਰ। ਸੋ ਇਹ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੁੰਦਾ ਸੀਗਾ, ਠੀਕ ਆ। ਸੋ ਆਪਾਂ ਪਹਿਲਾਂ ਵੀ ਜੋ ਆਪਣੀ ਪੰਜਾਬ GK 'ਚ ਮੱਧਕਾਲੀਨ ਇਤਿਹਾਸ ਸੀਗਾ, ਉਹਦੇ ਵਿੱਚ ਵੀ ਆਪਾਂ ਥੋੜ੍ਹਾ ਜਿਹਾ ਅਕਬਰ ਬਾਰੇ ਪੜ੍ਹਿਆ ਹੋਇਆ, ਠੀਕ ਆ। ਸੋ ਕਿਹਾ ਜਾਂਦਾ ਵਾ ਕਿ ਇਹ ਬਹੁਤ ਵਧੀਆ ਰਾਜਾ ਸੀਗਾ। ਹਾਂਜੀ, ਅਕਬਰ ਦਾ ਜਨਮ ਕੀ ਹੋਇਆ ਜੀ? 1542 ਦੇ ਵਿੱਚ ਹੋਇਆ, ਰਾਣਾ ਵੀਰ ਸਾਲ ਦੇ ਮਹਿਲ 'ਚ ਅਮਰਕੋਟ ਵਿਖੇ ਹਮੀਦਾ ਬਾਨੋ ਬੇਗਮ ਦੇ ਘਰ ਹੋਇਆ। ਪਹਿਲਾਂ ਤਾਂ ਇਹਦਾ ਜਨਮ ਤੁਹਾਨੂੰ ਪਤਾ ਹੋਣਾ ਚਾਹੀਦਾ 42 'ਚ ਹੋਇਆ ਤੇ ਅਮਰਕੋਟ ਦੇ ਵਿੱਚ ਹੋਇਆ, ਠੀਕ ਆ। ਹੁਣ ਅੱਗੇ ਆਓ ਜੀ। ਹਾਂਜੀ, 14 ਸਾਲ ਦਾ ਸੀ ਉਹ ਜਦੋਂ 1556 ਦੇ ਵਿੱਚ ਜਦੋਂ ਆਪਣੀ ਇਹਦੀ ਮੌਤ ਹੋ ਗਈ ਸੀ, ਠੀਕ ਹੈ, ਆਪਣੇ ਹਮਾਯੂੰ ਦੀ। ਤਾਂ ਇਹਨੂੰ ਰਾਜਗੱਦੀ ਤੇ ਬਹਿਣਾ ਪਿਆ। ਪੇਪਰ ਦੇ ਵਿੱਚ ਹੁਣੇ ਰੀਸੈਂਟਲੀ ਕੁਐਸਚਨ ਆਇਆ ਹੋਇਆ ਵਾ ਜੀ, PSSB ਕਲਰਕ ਦੇ ਵਿੱਚ ਸ਼ਾਇਦ 2021 'ਚ ਪੁੱਛਿਆ ਹੋਇਆ ਜੀ ਕਿ ਅਕਬਰ, ਠੀਕ ਹੈ ਜੀ, 14 ਸਾਲ ਦੀ ਉਮਰ 'ਚ ਇਹਦੀ ਤਾਜਪੋਸ਼ੀ ਹੋਈ ਸੀ। 1556 'ਚ ਤਾਜਪੋਸ਼ੀ ਹੋਈ ਸੀ। ਕਿੱਥੇ ਹੋਈ ਸੀ ਜੀ? ਇਹਦੀ ਤਾਜਪੋਸ਼ੀ ਹੋਈ ਸੀ ਜੀ ਕਲਾਨੌਰ ਵਿਖੇ, ਗੁਰਦਾਸਪੁਰ ਜ਼ਿਲ੍ਹਾ ਵਾ ਜਿਹੜਾ ਆਪਣਾ ਪੰਜਾਬ ਦੇ ਵਿੱਚ, ਠੀਕ ਆ। ਯਾਦ ਕਰਨਾ, ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਕਲਾਨੌਰ ਦੇ ਵਿੱਚ, ਗੁਰਦਾਸਪੁਰ ਜ਼ਿਲ੍ਹੇ, ਪੰਜਾਬ ਦੇ ਵਿੱਚ ਹੈ ਜੀ ਤਾਜਪੋਸ਼ੀ ਹੋਈ ਸੀ, ਠੀਕ ਆ। ਤਾਂ ਅਕਬਰ ਪਹਿਲਾਂ ਲੜਾਈ ਦੇ ਮੈਦਾਨ ਦੇ ਵਿੱਚ ਆਪਣੀ ਕਾਬਲੀਅਤ ਦਿਖਾ ਚੁੱਕਿਆ ਸੀ, ਮਤਲਬ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨੇ 1555 'ਚ ਉਹਨੇ ਸਿਕੰਦਰ ਸ਼ਾਹ ਤੋਂ ਸਰਹਿੰਦ ਉੱਤੇ ਕਬਜ਼ਾ ਕਰ ਲਿਆ ਸੀਗਾ। ਸੋ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਹ ਕਲਾਬਾਜੀ 'ਚ ਇੰਨਾ ਨਿਪੁੰਨ ਸੀਗਾ।
ठीक है अकबर। ਹੁਣ ਨੈਕਸਟ ਆ ਗਿਆ ਜੀ ਬੈਰਾਮ ਖਾਨ। ਆ ਗਿਆ ਜੀ ਇੰਪੋਰਟੈਂਟ ਲੜਾਈ, ਇਹ ਵੀ ਤੁਹਾਨੂੰ ਯਾਦ ਕਰਨੀ ਪੈਣੀ ਆ। ਜਿਹੜੀ ਮੈਂ ਯੈਲੋ ਕੀਤੇ ਹੁੰਦੇ ਆ ਤੇ ਰੈੱਡ ਕੀਤੇ ਹੁੰਦੇ ਨਾ, ਉਹ ਪੁਆਇੰਟ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ, ਉਹਨੂੰ ਤੁਸੀਂ ਯਾਦ ਕਰਨਾ ਹੁੰਦਾ, ਬਾਕੀ ਤੁਸੀਂ ਸਕਿਪ ਵੀ ਕਰ ਦੋਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਗੀ, ਠੀਕ ਹੈ। ਹੁਣ ਜੀ ਬੈਰਾਮ ਖਾਨ ਨੇ ਕੀ ਕੀਤਾ ਜੀ, 5 ਨਵੰਬਰ 1556 ਪਾਣੀਪਤ ਦੀ ਦੂਜੀ ਲੜਾਈ ਦਾ ਤੁਸੀਂ ਯਾਦ ਕਰ ਲਓ ਨਾਮ, ਠੀਕ ਆ। 5 ਨਵੰਬਰ 1556 ਨੂੰ ਹੋਈ ਸੀ ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਵੱਲੋਂ ਨੁਮਾਇੰਦਗੀ ਕੀਤੀ ਮੁਹੰਮਦ ਆਦਿਲ ਸ਼ਾਹ ਸੁਰ ਦਾ ਵਜ਼ੀਰ ਸੀਗਾ, ਠੀਕ ਆ। ਜਿਹੜਾ ਮੈਂ ਤੁਹਾਨੂੰ ਕਿਹਾ ਵੀ ਹਾਂ ਮੁਹੰਮਦ ਆਦਿਲ ਸ਼ਾਹ ਜਿਹੜਾ ਸੁਰ ਸੀਗਾ, ਇਹ ਕੀ ਕਰਦਾ ਹੁੰਦਾ ਸੀਗਾ, ਇਹ ਮਤਲਬ ਅਯਾਸ਼ ਪ੍ਰਸਤੀ ਦਾ ਸ਼ੌਕੀਨ ਹੁੰਦਾ ਸੀਗਾ, ਮਤਲਬ ਇਹਦਾ ਕੋਈ ਧਿਆਨ ਨਹੀਂ ਸੀ ਹੁੰਦਾ ਮਤਲਬ ਰਾਜਪਾਟ ਦੇ ਵਿੱਚ। ਇਹਦਾ ਇੱਕ ਵਜ਼ੀਰ ਸੀਗਾ ਹੇਮੂ ਨਾਲ ਐਕਚੁਅਲ 'ਚ ਲੜਾਈ ਹੋਈ ਸੀ। ਪੇਪਰ ਦੇ ਵਿੱਚ ਜੇਕਰ ਤੁਹਾਨੂੰ ਆਏ ਵੀ ਨਾ ਤਾਂ ਇਹਦੇ ਵਿੱਚ ਬਹੁਤ ਵੱਡਾ ਰੋਲ ਸੀਗਾ ਬੈਰਾਮ ਖਾਨ ਦਾ ਵੀ, ਜੇਕਰ ਆਵੇ ਪੇਪਰ ਦੇ ਵਿੱਚ ਆ ਗਿਆ। ਇਹ ਵੀ ਕੁਐਸਚਨ ਪੇਪਰ ਦੇ ਵਿੱਚ ਆ ਚੁੱਕਿਆ ਵਾ ਰੀਸੈਂਟਲੀ 2021 ਦੇ PSSB ਪੇਪਰਾਂ 'ਚ, ਕਿ ਅਕਬਰ ਆ ਜਿਹੜਾ, ਠੀਕ ਆ ਜੀ, ਅਕਬਰ ਦੀ ਮਤਲਬ ਆਇਆ ਸੀ ਕਿ 1556 ਦੇ ਵਿੱਚ ਜਿਹੜੀ ਪਾਣੀਪਤ ਦੀ ਦੂਜੀ ਲੜਾਈ ਸੀ ਕਿਹਦੇ ਵਿੱਚ ਹੋਈ ਸੀ, ਅਕਬਰ ਤੇ ਹੇਮੂ ਦੇ ਵਿਚਕਾਰ ਹੋਈ ਸੀ। ਇਹ ਚੀਜ਼ ਯਾਦ ਰੱਖਣੀ ਆ। ਅਕਬਰ ਨੇ ਹੇਮੂ ਨੂੰ ਹਰਾਤਾ ਸੀ ਤੇ ਆਗਰੇ ਦੇ ਉੱਤੇ ਮੁੜ ਕਬਜ਼ਾ ਕਰ ਲਿਆ ਸੀ, ਠੀਕ ਆ। ਕਈ ਵਾਰ ਨਾ ਪੇਪਰ ਦੇ ਵਿੱਚ ਉਹ ਤੁਹਾਨੂੰ ਉਲਝਾਉਣ ਲਈ ਬੈਰਾਮ ਖਾਨ ਵੀ ਦੇਣਗੇ, ਕਈ ਵਾਰ ਉਹ ਦੇਣਗੇ ਅਕਬਰ ਵੱਲੋਂ, ਅਕਬਰ ਦਾ ਕੌਣ ਸੈਨਾਪਤੀ ਸੀਗਾ ਉਸ ਟਾਈਮ ਦੇ ਉੱਤੇ, ਅਕਬਰ ਦਾ ਕੌਣ ਸੀਗਾ ਜਿਹੜੇ ਕਿ ਅਕਬਰ ਵੱਲੋਂ ਜਿਹੜੀ ਕਿ ਲੜਾਈ ਉਹ ਲੜੀ ਗਈ ਸੀ ਜਿਹੜੀ ਹੇਮੂ ਨਾਲ ਹੋਈ ਸੀ, ਤਾਂ ਬੈਰਾਮ ਖਾਨ ਵੀ ਯਾਦ ਰੱਖਿਓ ਕਿਉਂਕਿ ਇਹਦਾ ਵੀ ਉਨਾ ਰੋਲ ਆ। ਬਟ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਅਕਬਰ ਲਿਖਿਆ ਹੋਇਆ ਤਾਂ ਤੁਸੀਂ ਅਕਬਰ ਹੀ ਟਿਕ ਲਾਉਣਾ, ਕਿਉਂਕਿ ਜ਼ਿਆਦਾਤਰ 90% ਤੁਹਾਨੂੰ ਅਕਬਰ ਹੀ ਦਿੱਤਾ ਜਾਊਗਾ, ਠੀਕ ਆ। ਜੇਕਰ ਬੈਰਾਮ ਖਾਨ ਬਾਰੇ ਪੁੱਛਣਗੇ ਤਾਂ ਉਹ ਅਲੱਗ ਤੋਂ ਇੱਕ ਚੀਜ਼ ਮੈਂਸ਼ਨ ਕਰਨਗੇ ਕਿ ਅਕਬਰ ਵੱਲੋਂ ਕੌਣ ਲੜਿਆ ਸੀਗਾ, ਠੀਕ ਆ, ਜਾਂ ਅਕਬਰ ਨਹੀਂ ਦੇਣਗੇ। ਇਹ ਚੀਜ਼ ਯਾਦ ਰੱਖ ਲਿਓ ਬਸ। ਹੁਣ ਆ ਗਏ ਜੀ 1556 ਤੋਂ 60 ਦੇ ਵਿਚਕਾਰ ਅਕਬਰ ਨੇ ਬੈਰਾਮ ਖਾਨ ਦੇ ਰਾਜ ਅਧੀਨ ਰਾਜ ਕੀਤਾ। ਗਵਾਲੀਅਰ ਹੋ ਗਿਆ, ਜੌਨਪੁਰ, ਅਜਮੇਰ ਹੋ ਗਿਆ, ਸੋ ਇਹਨਾਂ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਇਹਦੇ ਕਬਜ਼ਾ ਕਰ ਲਿਆ। ਤਾਂ ਅਕਬਰ ਨੇ ਬੈਰਾਮ ਖਾਨ ਦੇ ਨਾਲ ਕੋਈ ਇਹਦੀ ਹੋ ਗਈ ਤਾਂ ਉਹਨੂੰ ਕਿਹਾ ਕਿ ਤੂੰ ਮੱਕੇ ਚਲਾ ਜਾ। ਤਾਂ ਰਾਤ ਦੇ ਵਿੱਚ ਪਟਨਾ ਦੇ ਨੇੜੇ ਬੈਰਾਮ ਖਾਨ ਦਾ ਕਤਲ ਹੋ ਗਿਆ ਸੀ। ਅੱਗੇ ਚੱਲਦੇ ਹਾਂ। ਹੁਣ ਜੀ ਉਹਨੇ ਕੀ ਕੀਤਾ ਜੀ, ਇੱਕ ਪੇਟੀਕੋਟ ਸਰਕਾਰ ਦੀ ਸੀਗੀ ਬਣੀ ਹੋਈ, ਠੀਕ ਆ। 1560-62 ਦੇ ਵਿੱਚ ਇਹਦੀ ਦਖਲਅੰਦਾਜ਼ੀ ਨੂੰ ਵੀ ਖਤਮ ਕਰਤਾ, ਜਿਹਦੀ ਨੁਮਾਇੰਦਗੀ ਅਹਿਮ ਅਨਾਗਾ ਅਤੇ ਅਦਮ ਖਾਨ ਦੀ ਜੁੰਟਾ ਦੁਆਰਾ ਕੀਤੀ ਗਈ ਜੀ। ਹੁਣ ਜੀ ਅਕਬਰ ਨੇ ਬਾਜ ਬਹਾਦਰ ਨੂੰ ਹਰਾ ਕੇ 61 ਦੇ ਵਿੱਚ ਮਾਲਵਾ ਜਿੱਤਿਆ। ਫਿਰ ਉਹਨੇ ਸੰਗੀਤਕਾਰ ਵਜੋਂ ਉਹਦੇ ਹੁਨਰ ਦਾ ਸਨਮਾਨ ਕਰਦੇ ਹੋਏ ਉਹਨੂੰ ਮਨਸਬਦਾਰ ਬਣਾਤਾ, ਠੀਕ ਆ, ਬਾਜ ਬਹਾਦਰ ਨੂੰ। ਨੈਕਸਟ ਆਪਾਂ ਚੱਲਦੇ ਹਾਂ। ਤੇ ਅਕਬਰ ਦੀਆਂ ਸਭ ਤੋਂ ਪਹਿਲੀਆਂ ਮੁਹਿੰਮਾਂ ਦੇ ਵਿੱਚ ਗੜ੍ਹ, ਕਟੰਗਾ, ਗੌਂਡ ਅਤੇ ਰਾਜਪੂਤ ਰਿਆਸਤਾਂ ਦੀ ਰਾਣੀ ਦੁਰਗਾਮਤੀ ਦੇ ਵਿਰੁੱਧ ਸਨ। ਰਾਜਸਥਾਨ ਦੇ ਦੋ ਸ਼ਕਤੀਸ਼ਾਲੀ ਕਿਲੇ ਸੀਗੇ ਜੀ ਆਪਣੇ ਰਣਥੰਤਰ ਤੇ ਚਿਤੌੜ। ਰਾਣਾ ਉਦੇ ਸਿੰਘ ਜੈਮਲ ਦੁਆਰਾ ਰੱਖਿਆ ਗਿਆ, ਮੁਗਲਾਂ ਦੁਆਰਾ ਉਹਦੇ ਉੱਤੇ ਦੁਬਾਰੇ ਫੇਰ ਕਬਜ਼ਾ ਕਰ ਲਿਆ, ਮਤਲਬ ਜਿੱਤਦਾ ਹੀ ਆ ਰਿਹਾ ਸੀ। ਹੁਣ ਰੀਸੈਂਟਲੀ ਪੇਪਰ ਦੇ ਵਿੱਚ ਜੀ ਆਇਆ ਹੋਇਆ ਕਿ ਇੱਕ ਚਾਂਦ ਬੀਬੀ ਸੀਗੀ ਜਿਹੜੀ ਸ਼ਾਸਕ ਸੀ। ਪਹਿਲਾਂ ਆਪਾਂ ਇਹ ਕੁਐਸਚਨ ਥੋੜਾ ਜਿਹਾ ਪੜ੍ਹ ਲਈਏ ਲਾਈਨ। ਅਕਬਰ ਦੀ ਜਿਹੜੀ ਦੱਖਣ ਮੁਹਿੰਮ ਸੀਗੀ ਅਹਿਮਦਨਗਰ ਚਾਂਦ ਬੀਬੀ ਦੁਆਰਾ ਬਚਾਏ ਗਏ ਦੀ ਘੇਰਾਬੰਦੀ ਨਾਲ ਸ਼ੁਰੂ ਹੋਈ ਸੀ, ਦੱਖਣ 'ਚ ਸ਼ੁਰੂ ਹੋਈ ਸੀ। ਹੁਣ ਜੀ ਸਾਊਥ ਦੇ ਵਿੱਚ ਕੀ ਹੁੰਦਾ, ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਸੀ ਕਿ ਚਾਂਦ ਬੀਬੀ ਇਜ਼ ਦਾ ਰੂਲਰ ਆਫ, ਕਿੱਥੋਂ ਦੀ ਰੂਲਰ ਸੀਗੀ, ਅਹਿਮਦਨਗਰ ਦੀ ਰੂਲਰ ਸੀ। ਇਹ PSSB ਦੇ ਰੀਸੈਂਟਲੀ ਇੱਕ ਪੇਪਰ 'ਚ ਸ਼ਾਇਦ ਜੇਲ੍ਹ ਵਾਰਡਨ ਦੇ ਵਿੱਚ ਜਾਂ ਕਿਸੇ ਦੇ ਵਿੱਚ ਰਿਪੀਟ ਹੋਇਆ ਇੰਪੋਰਟੈਂਟ ਕੁਐਸਚਨ ਬਣਦਾ, ਇਹਨੂੰ ਸਟਾਰ ਮਾਰਕ ਕਰ ਦਿਓ। ਚਾਂਦ ਬੀਬੀ ਉਹਨਾਂ ਨੇ ਇਹ ਪੁੱਛਿਆ ਸੀਗਾ ਕਿੱਥੋਂ ਦੀ ਰੂਲਰ ਸੀ, ਅਹਿਮਦਨਗਰ। ਨੈਕਸਟ ਕਰਦੇ ਹਾਂ। ਹਾਂਜੀ, ਅਕਬਰ ਦੀ ਪੂਰਬੀ ਮੁਹਿੰਮ ਦੇ ਵਿੱਚ ਅਸੀਰਗੜ੍ਹ ਦੇ ਵਿਰੁੱਧ ਸੀ ਤੇ ਜਿਸ ਦੇ ਨਤੀਜੇ ਵਜੋਂ ਖਾਨਦੇਸ਼ ਦਾ ਕਬਜ਼ਾ ਹੋਇਆ। ਹੁਣ ਕੀ ਹੋਇਆ ਜੀ, ਅਕਬਰਾਂ ਨੇ ਰਾਜਪੂਤਾਂ ਨਾਲ ਮੇਲ ਮਿਲਾਪ ਦੀ ਨੀਤੀ ਅਪਣਾਈ ਤੇ ਬਾਅਦ ਦੇ ਵਿੱਚ ਉਹਨੇ ਜੈਪੁਰ ਦੇ ਰਾਜਾ ਭਰਮਲ ਦੀ ਵੱਡੀ ਪੁੱਤਰੀ ਹਰਖਾਬਾਈ ਨਾਲ ਵਿਆਹ ਕਰਵਾ ਲਿਆ। ਉਹਨੇ 1572 ਦੇ ਵਿੱਚ ਜੀ ਗੁਜਰਾਤ ਜਿੱਤ ਲਿਆ। ਗੁਜਰਾਤ ਦੀ ਆਪਣੀ ਜਿੱਤ ਨੂੰ ਆ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਕਿ ਫਤਿਹਪੁਰ ਸੀਕਰੀ ਦੇ ਵਿੱਚ ਉਹਨੇ ਬੁਲੰਦ ਦਰਵਾਜ਼ਾ ਬਣਵਾਇਆ ਸੀ। ਪੇਪਰ 'ਚ ਸਿੱਧਾ ਡਾਇਰੈਕਟ ਕੁਐਸਚਨ ਆਊਗਾ ਕਿ ਬੁਲੰਦ ਦਰਵਾਜ਼ਾ ਜਿਹੜਾ ਵਾ ਕਿੱਥੇ ਬਣਿਆ ਹੋਇਆ, ਫਤਿਹਪੁਰ ਸੀਕਰੀ ਦੇ ਵਿੱਚ ਬਣਿਆ ਹੋਇਆ। ਤੇ ਗੁਜਰਾਤ ਦੀ ਜਿਹੜੀ ਜਿੱਤ ਇਹਨੇ 1572 ਦੇ ਵਿੱਚ ਦਰਜ ਕੀਤੀ ਸੀ ਉਹਦੇ ਵਿੱਚ ਬਣਿਆ ਹੋਇਆ। ਪੇਪਰ 'ਚ ਇਹ ਕੁਐਸਚਨ ਆਇਆ ਹੋਇਆ ਜੀ, ਬੁਲੰਦ ਦਰਵਾਜ਼ਾ, ਠੀਕ ਆ, ਫਤਿਹਪੁਰ ਸੀਕਰੀ 'ਚ। ਰਾਜਾ ਮਾਨ ਸਿੰਘ ਨੇ ਉਸ ਲਈ ਬਿਹਾਰ, ਬੰਗਾਲ ਅਤੇ ਉੜੀਸਾ ਨੂੰ ਜਿੱਤਿਆ ਜੀ। 1586 ਦੇ ਵਿੱਚ ਅਕਬਰ ਨੇ ਕੀ ਕੀਤਾ ਜੀ, ਕਸ਼ਮੀਰ ਜਿੱਤ ਲਿਆ। 93 'ਚ ਇਹਨੇ ਸਿੰਧ ਨੂੰ ਵੀ ਜਿੱਤ ਲਿਆ। 1605 ਦੇ ਵਿੱਚ ਅਕਬਰ ਦੀ ਮੌਤ ਦੇ ਸਮੇਂ ਉਹਦੇ ਸਾਮਰਾਜ ਦੇ ਵਿੱਚ ਕਸ਼ਮੀਰ ਵੀ ਸੀਗਾ, ਸਿੰਧ ਵੀ ਸੀ, ਕੰਧਾਰ ਵੀ ਸੀਗਾ, ਦੱਖਣ 'ਚ ਵੀ ਗੋਦਾਵਰੀ ਤੱਕ ਫੈਲਿਆ ਹੋਇਆ ਸੀ। ਮਤਲਬ ਬਹੁਤ ਵੱਡਾ ਇਹਨੇ ਸਾਮਰਾਜ ਖੜਾ ਕਰਤਾ ਸੀ ਉਸ ਟਾਈਮ ਦੇ ਉੱਤੇ। ਹੁਣ ਕੀ ਹੋਇਆ ਜੀ, ਉਸਨੇ ਆਗਰਾ ਦੇ ਨੇੜੇ ਸਿਕੰਦਰਾ ਵਿਖੇ ਦਫਨਾਇਆ ਗਿਆ ਇਹਨੂੰ। ਅਕਬਰ ਦਾ ਮਕਬਰਾ ਇਹ 1605 ਤੋਂ ਲੈ ਕੇ 13 'ਚ ਉਹਦੇ ਪੁੱਤਰ ਜਹਾਂਗੀਰ ਦੁਆਰਾ ਬਣਵਾਇਆ ਗਿਆ, ਠੀਕ ਹੈ। ਟੌਂਬ ਆਊਗਾ ਕਿੱਥੇ ਆ ਜੀ, ਆਪਣੇ ਆਗਰਾ, ਉੱਤਰ ਪ੍ਰਦੇਸ਼, ਭਾਰਤ ਦੇ ਇੱਕ ਉਪ ਮਹਾਂਦਾ ਸਿਕੰਦਰਾ ਦੇ ਵਿੱਚ ਸਥਿਤ ਆ। ਬਸ ਇਹ ਯਾਦ ਕਰਨਾ, ਟੌਂਬ ਤੁਹਾਨੂੰ ਹੋ ਗਿਆ, ਠੀਕ ਹੈ। ਸਿਕੰਦਰਾ ਨੀਅਰ ਆਗਰਾ ਦੇ ਵਿੱਚ ਇਹਨੂੰ ਦਫਨਾਇਆ ਗਿਆ ਸੀਗਾ। ਸੋ ਜੀ ਹੁਣ ਥੋੜਾ ਜਿਹਾ ਆਹ ਜ਼ਰੂਰ ਕਰ ਲਿਓ ਕਿਉਂਕਿ ਇਹਦੇ ਨਵਰਤਨਾਂ ਵਾਲੇ ਜ਼ਰੂਰ ਪੁੱਛਿਆ ਜਾਂਦਾ। ਪਹਿਲੀ ਗੱਲ ਤਾਂ ਜੀ ਕਿੰਨੇ ਨਵਰਤਨ ਸੀਗੇ ਇਹਦੇ ਅਕਬਰ ਦੇ ਦਰਬਾਰ ਦੇ, ਅਕਬਰ ਦੇ 9 ਨਵਰਤਨ ਸੀਗੇ। ਪੇਪਰ 'ਚ ਡਾਇਰੈਕਟ ਆਊਗਾ ਕੁਐਸਚਨ ਕਿ ਅਕਬਰ ਦੇ ਦਰਬਾਰ ਦੇ ਕਿੰਨੇ ਨਵਰਤਨ ਸੀਗੇ, 9 ਨਵਰਤਨ ਸੀ। ਹੁਣ ਨਵਰਤਨ ਹੁੰਦਾ ਕੀ ਆ, ਮਤਲਬ ਇਹਨੇ ਅਲੱਗ-ਅਲੱਗ ਉਪਾਧੀਆਂ ਦੇਊਗੀ, ਜਿਵੇਂ ਕੌਣ ਵਜ਼ੀਰ ਆ, ਕੌਣ ਸੰਗੀਤਕਾਰ ਆ, ਕੌਣ ਸਲਾਹਬ ਆ, ਕੌਣ ਟੀਚਰ ਆ, ਕੌਣ ਉਹਦੇ ਮੁੰਡੇ ਨੂੰ ਪੜ੍ਹਾਉਂਦਾ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਠੀਕ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ। ਹੁਣ ਜੀ ਸਭ ਤੋਂ ਪਹਿਲਾਂ ਵਜ਼ੀਰ ਪੁੱਛਣਗੇ ਜੀ।
ਅਬੁਲ ਫਜ਼ਲ ਕੌਣ ਸੀ? ਉਹ ਅਕਬਰ ਦਾ ਵਜ਼ੀਰ ਸੀ। ਉਹਨੇ ਹੀ ਅਕਬਰਨਾਮਾ ਲਿਖਿਆ, ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ, ਠੀਕ ਹੈ। ਅਕਬਰਨਾਮਾ ਅਕਬਰ ਦੀ ਬਾਇਓਗ੍ਰਾਫੀ ਆ, ਪਰ ਆਪ ਨਹੀਂ ਸੀ ਲਿਖਿਆ ਇਹਨੇ, ਠੀਕ ਆ। ਉਹ ਕਿਹਨੇ ਲਿਖਿਆ ਸੀ? ਅਬੁਲ ਫਜ਼ਲ ਨੇ ਲਿਖਿਆ ਸੀ। ਅਤੇ ਦੱਖਣ ਵਿੱਚ ਮੁਗਲ ਸ਼ਾਹੀ ਫੌਜ ਦੀ ਅਗਵਾਈ ਵੀ ਕੀਤੀ। ਹੁਣ ਜੀ ਤਾਨਸੇਨ ਸੰਗੀਤਕਾਰ ਕੌਣ ਸੀ? ਇਹਦੇ ਨਵਰਤਨ ਦੇ ਵਿੱਚੋਂ ਦੂਜਾ ਨਵਰਤਨ ਆ ਗਿਆ ਜੀ ਇਹਦਾ, ਤਾਨਸੇਨ। ਉਹ ਸੀਗਾ ਜੀ ਸੰਗੀਤਕਾਰ। ਉਹ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਇਆ ਤੇ ਉਹਨੇ ਮੇਵਾੜ ਦੇ ਰਾਜਾ ਰਾਮਚੰਦਰ ਦੇ ਦਰਬਾਰੀ ਸੰਮੇਲਨ ਵਜੋਂ ਸੇਵਾ ਵੀ ਕੀਤੀ ਤੇ ਅਕਬਰ ਦੇ ਦਰਬਾਰ ਦੇ ਵਿੱਚ ਇਹਨੂੰ ਭੇਜਿਆ ਗਿਆ। ਤਾਂ ਉਹਨੇ ਗਵਾਲੀਅਰ ਦੇ ਮਹਾਨ ਸੂਫੀ ਸੰਤ ਮੁਹੰਮਦ ਗੌਸ ਦੇ ਹੱਥੋਂ ਇਸਲਾਮ ਕਬੂਲ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਤਾਨਸੇਨ ਨੇ ਚਮਤਕਾਰ ਬਹੁਤ ਕੀਤੇ ਸੀ। ਮਤਲਬ ਇਹ ਕੀ ਕਰਦਾ ਹੁੰਦਾ ਤਾਨਸੇਨ? ਆਪਣੇ ਰਾਗ ਦੇ ਦੌਰਾਨ ਗਾਉਂਦਾ ਮੀਂਹ ਪੈਣ ਲੱਗ ਜਾਂਦਾ ਹੁੰਦਾ ਸੀ ਜਾਂ ਅੱਗ ਵਗੈਰਾ ਲੈ ਆਉਂਦਾ ਹੁੰਦਾ ਸੀ। ਮਤਲਬ ਇੰਨੀ ਜ਼ਿਆਦਾ ਇਹਦੇ 'ਚ ਕਹਿੰਦੇ ਕਿਹਾ ਜਾਂਦਾ ਵਾ ਕਿ ਪਾਵਰ ਹੁੰਦੀ ਸੀ। ਹੁਣ ਜੀ ਤੀਜਾ ਆ ਗਿਆ ਜੀ ਦਰਬਾਰੀ। ਕੌਣ ਸੀ ਜੀ ਇਹਦਾ? ਦਰਬਾਰੀ ਸੀਗਾ ਜੀ ਬੀਰਬਲ ਇਹਦਾ, ਠੀਕ ਆ। ਬੀਰਬਲ ਅਕਬਰ ਦਾ ਦਰਬਾਰੀ ਸੀ। ਉਹਦਾ ਅਸਲੀ ਨਾਮ ਮਹੇਸ਼ ਦਾਸ ਸੀ। ਇਹਦਾ ਅਸਲੀ ਨਾਮ ਵੀ ਯਾਦ ਕਰਨਾ, ਠੀਕ ਹੈ। ਪੇਪਰ 'ਚ ਕਈ ਵਾਰ SSC ਦੇ ਪੇਪਰਾਂ 'ਚ ਇਹ ਚੀਜ਼ ਪੁੱਛੀ ਜਾ ਸਕਦੀ ਹੈ। ਬੀਰਬਲ ਦਾ ਅਸਲੀ ਨਾਮ ਕੀ ਸੀ? ਮਹੇਸ਼ ਦਾਸ। ਅਕਬਰ ਦੁਆਰਾ ਉਸਨੂੰ ਰਾਜਾ ਦੀ ਉਪਾਧੀ ਪ੍ਰਦਾਨ ਕੀਤੀ ਗਈ। ਉਹ ਅਕਸਰ ਅਕਬਰ ਨਾਲ ਮਜ਼ਾਕੀਆ ਤੇ ਹਾਸੇ ਮਜ਼ਾਕ ਨਾਲ ਗੱਲਾਂ ਕਰਦਾ ਰਹਿੰਦਾ ਸੀ। ਹੁਣ ਤੁਸੀਂ ਪੜ੍ਹਦੇ ਹੋਣੇ ਕਈ ਵਾਰ ਅਖਬਾਰਾਂ ਦੇ ਵਿੱਚ ਆਉਂਦਾ ਹੁੰਦਾ ਸੀ, ਜਾਂ ਇੱਕ ਆਉਂਦਾ ਹੁੰਦਾ ਸੀ ਨਾ ਕਿ ਅਕਬਰ ਨੇ ਬੀਰਬਲ ਨੂੰ ਇਹ ਕਰਨ ਨੂੰ ਕਿਹਾ ਕਿ ਹਾਂ ਵੀ ਅਕਬਰ ਉਹਨੂੰ ਪੁੱਛਦਾ ਵਾ ਵੀ ਹਾਂ ਇਹ ਚੀਜ਼ ਕਿਵੇਂ ਕੀਤੀ ਆ, ਫਿਰ ਬੀਰਬਲ ਉਹ ਚੀਜ਼ਾਂ ਨੂੰ ਸੋਲਵ ਕਰਦਾ ਹੁੰਦਾ ਸੀ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੀਆਂ ਹੀ ਆਉਣਗੀਆਂ, ਠੀਕ ਆ। ਸੋ ਆਪਣੇ ਅਖਬਾਰਾਂ ਦੇ ਵਿੱਚ ਇਹੋ ਜਿਹੀਆਂ ਬਹੁਤ ਜ਼ਿਆਦਾ ਪ੍ਰਚਲਿਤ ਹੁੰਦੀਆਂ ਸੀਗੀਆਂ। ਹੁਣ ਆ ਗਿਆ ਜੀ ਚੌਥਾ, ਆ ਗਿਆ ਜੀ ਟੋਡਰਮਲ। ਆਹ ਵਿੱਤ ਮੰਤਰੀ ਬਾਰੇ ਹੁਣੇ ਰੀਸੈਂਟਲੀ 2021 'ਚ ਉਹਨਾਂ ਨੇ ਪੁੱਛ ਲਿਆ ਕਿ ਅਕਬਰ ਦਾ ਵਿੱਤ ਮੰਤਰੀ ਕੌਣ ਸੀ? ਕੌਣ ਸੀ ਜੀ? ਰਾਜਾ ਟੋਡਰਮਲ ਸੀਗਾ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ। ਉਹਨੇ ਕੀ ਕੀਤਾ? ਫਾਈਨੈਂਸ ਮਿਨਿਸਟਰ ਹੁੰਦਾ, ਠੀਕ ਆ। ਵਿੱਤ ਮੰਤਰੀ ਦਾ ਮਤਲਬ ਹੁੰਦਾ ਫਾਈਨੈਂਸ ਮਿਨਿਸਟਰ। ਰਾਜਾ ਟੋਡਰਮਲ। ਉਹਨੇ ਮਾਪ ਲਈ ਬਿਆਰੀ ਵਜਨ ਪੇਸ਼ ਕੀਤੇ ਅਤੇ ਮਾਲੀਆ ਜ਼ਿਲ੍ਹਿਆਂ ਦੀ ਸ਼ੁਰੂਆਤ ਕੀਤੀ। ਉਸ ਦਾ ਮਾਲੀਆ ਇਕੱਠਾ ਕਰਨ ਦੇ ਪ੍ਰਬੰਧਨ ਨੂੰ ਟੋਡਰਮਲ ਦਾ ਬੰਦੋਬਸਤ ਵੀ ਕਿਹਾ ਜਾਂਦਾ ਹੁੰਦਾ ਸੀ। ਰੈਵਨਿਊ ਵਗੈਰਾ ਇਕੱਠਾ ਕਰਦਾ ਹੁੰਦਾ ਸੀ ਸਾਰਾ ਇਹ। ਮਾਲੀਆ ਇਕੱਠਾ ਕਰਨ ਲਈ, ਮਤਲਬ ਰੈਵਨਿਊ ਇਕੱਠਾ ਕਰਨ ਲਈ ਉਹਨੂੰ ਯੋਜਨਾਬੰਦ ਪਹੁੰਚ ਭਵਿੱਖ ਦੇ ਮੁਗਲਾਂ ਅਤੇ ਅੰਗਰੇਜ਼ਾਂ ਲਈ ਮਾਡਲ ਬਣ ਗਈ ਸੀਗੀ। ਮਤਲਬ ਉਹਨੂੰ ਫਿਰ ਹੌਲੀ ਹੌਲੀ ਅੱਗੇ ਜਾ ਕੇ ਜਿਹੜੇ ਉਹ ਸੀਗੇ ਉਹਦੇ ਤਰੀਕੇ, ਇਹਦੇ ਤਰੀਕੇ ਦੇ ਨਾਲ ਹੀ ਮਾਲੀਆ ਰੈਵਨਿਊ ਕਲੈਕਟ ਕਰਦੇ ਹੁੰਦੇ। ਚਾਹੇ ਅੰਗਰੇਜ਼ ਵੀ ਆ ਗਏ ਸੀ, ਉਹਨਾਂ ਨੇ ਵੀ ਇਹਦੇ ਤਰੀਕੇ ਹੀ ਅਪਣਾਏ ਸੀਗੇ। ਮਤਲਬ ਥੋੜਾ ਚੇਂਜਸ ਕਰਦੇ ਰਹਿੰਦੇ ਹੁੰਦੇ ਸੀ। ਹੁਣ ਆ ਗਿਆ ਜੀ ਰਾਜਾ ਮਾਨ ਸਿੰਘ। ਉਹ ਕੀ ਜੀ? ਭਰੋਸੇਮੰਦ ਜਰਨੈਲ ਸੀ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ, ਠੀਕ ਆ। ਉਹ ਅੰਬਰ ਦਾ ਰਾਜਾ ਸੀ, ਮਨਸਬਦਾਰ ਅਤੇ ਅਕਬਰ ਦਾ ਭਰੋਸੇਮੰਦ ਜਰਨੈਲ ਸੀ। ਉਹ ਅਕਬਰ ਦੇ ਸਹੁਰੇ ਭਰਮਲ ਦਾ ਪੋਤਾ ਅਤੇ ਰਾਜਾ ਭਗਵਾਨ ਦਾਸ ਦਾ ਗੋਦ ਲਿਆ ਪੁੱਤਰ ਸੀ। ਉਸਨੇ ਹਲਦੀ ਘਾਟੀ ਦੀ ਮਸ਼ਹੂਰ ਲੜਾਈ ਹੋਈ ਸੀ ਜੀ। ਕਦੋਂ ਹੋਈ ਸੀ ਜੀ? 1576 ਦੇ ਵਿੱਚ ਲੜਾਈ ਹੋਈ ਸੀ। ਉਹਦੇ ਵਿੱਚ ਇਹਨੇ ਅਕਬਰ ਦੀ ਸਹਾਇਤਾ ਕੀਤੀ ਸੀ। ਉਹ ਵੀ ਮੈਂ ਪੁਆਇੰਟ ਐਡ ਕੀਤਾ ਹੋਇਆ। ਐਂਡ ਦੇ ਉੱਤੇ ਆਪਾਂ ਹਲਦੀ ਘਾਟੀ ਦੀ ਲੜਾਈ ਵੀ ਪੜਾਂਗੇ, ਕਿਉਂਕਿ ਇਹ ਪੇਪਰ ਦੇ ਵਿੱਚ ਮੋਸਟ ਇੰਪੋਰਟੈਂਟ ਆ। ਇਹ ਵੀ ਪੁੱਛਿਆ ਜਾਂਦਾ ਵਾ ਕਿ ਹਲਦੀ ਦੀ ਲੜਾਈ ਕਦੋਂ ਹੋਈ ਸੀ, ਕਿਹਦੇ ਵਿਚਕਾਰ ਹੋਈ ਸੀ। ਸੋ ਨੈਕਸਟ ਆ ਗਿਆ ਜੀ ਸਾਡਾ ਅਬਦੁਲ ਰਹੀਮ ਖਾਨੇ ਖਾਨਾ। ਉਹ ਇੱਕ ਕਵੀ ਸੀ। ਇਹ ਤਾਂ ਤੁਹਾਨੂੰ ਮੇਰੇ ਅਕੋਰਡਿੰਗ ਦੱਸਣ ਦੀ ਲੋੜ ਨਹੀਂ। ਅਬਦੁਲ ਰਹੀਮ ਖਾਨੇ ਖਾਨਾ ਇਹਨਾਂ ਦਾ ਪੋਇਟ ਸੀਗਾ, ਦਰਬਾਰੀ ਤਾਂ ਇਹਨਾਂ ਦਾ 6ਵਾਂ ਰਤਨ ਸੀ, ਠੀਕ ਆ। ਉਹ ਬਰਾਮ ਖਾਨ ਦਾ ਪੁੱਤਰ ਸੀ, ਜੋ ਆਪਣੇ ਹਿੰਦੀ ਦੋਹੇ ਲਈ ਜਾਣਿਆ ਜਾਂਦਾ ਸੀ, ਠੀਕ ਆ। ਸੋ ਫਕੀਰ ਅਜ਼ੀਉਦੀਨ ਉਹ ਅਕਬਰ ਦਾ ਮੁੱਖ ਸਲਾਹਕਾਰ ਅਤੇ ਸੂਫੀ ਰਹੱਸਵਾਦੀ ਸੀ, ਠੀਕ ਆ। ਮੁੱਲਾ ਦੋ ਪਿਆਜ਼ਾ ਉਹ ਮੁਗਲ ਬਾਦਸ਼ਾਹ ਦੇ ਮੁੱਖ ਸਲਾਹਕਾਰ, ਇਹ ਵੀ ਸਲਾਹਕਾਰ ਹੀ ਸੀ, ਠੀਕ ਆ। ਸੋ ਇਹ ਵੀ ਸਲਾਹਕਾਰ ਸੀ, ਉਹ ਵੀ ਸਲਾਹਕਾਰ ਹੀ ਸੀਗਾ। ਹੁਣ ਜੀ ਫੈਜ਼ੀ ਅਬੁਲ 9ਵਾਂ ਤੇ ਆਖਰੀ ਰਤਨ ਆ ਗਏ। ਅਕਬਰ ਦੇ ਦਰਬਾਰੀ ਦੇ ਵਿੱਚ ਫੈਜ਼ੀ ਅਬੁਲ ਫਜ਼ਲ ਦਾ ਭਰਾ ਸੀ, ਠੀਕ ਆ। ਤਾਂ ਉਹ ਇਤਿਹਾਸਕਾਰ ਸੀ ਪਹਿਲੀ ਗੱਲ ਤਾਂ, ਠੀਕ ਆ। ਫੈਜ਼ੀ ਅਬੁਲ ਉਸਨੇ ਆਪਣੀ ਮਸ਼ਹੂਰ ਰਚਨਾ ਜਿਹੜੀ ਸੀ ਲੀਲਾਵਤੀ ਗਣਿਤ ਉੱਤੇ ਹੈ। ਅਤੇ ਅਕਬਰ ਨੇ ਨਾ ਆਪਦੇ ਪੁੱਤਰ ਲਈ ਉਹਨੇ ਅਧਿਆਪਕ ਵਜੋਂ ਵੀ ਇਹਨੂੰ ਨਿਯੁਕਤ ਕੀਤਾ ਸੀ। ਕੌਣ ਸੀ? ਫੈਜ਼ੀ ਅਬੁਲ, ਠੀਕ ਆ ਜੀ। ਇਹ ਬਹੁਤ ਵੱਡਾ ਹਿਸਟੋਰੀਅਨ ਸੀਗਾ ਕਹਿੰਦੇ ਜੀ। ਨੈਕਸਟ ਆ ਗਿਆ ਜੀ ਸਾਡਾ ਅਕਬਰ ਦੇ ਰਾਜ ਦੇ ਮਹੱਤਵਪੂਰਨ ਪਹਿਲੂ। ਇਹ ਕਰ ਲਓ ਜੀ। ਹੁਣ ਜੀ ਜਜ਼ੀਆ ਟੈਕਸ, ਜਿਹੜਾ ਕਿ ਤੀਰਥ ਯਾਤਰਾ ਦੇ ਉੱਤੇ ਟੈਕਸ ਲੱਗਦਾ ਹੁੰਦਾ ਸੀ ਅਤੇ ਜੰਗੀ ਕੈਦੀਆਂ ਨੂੰ ਮਤਲਬ ਜ਼ਬਰਦਸਤੀ ਧਰਮ ਪਰਿਵਰਤਨ ਕਿਹਾ ਜਾਂਦਾ ਸੀ, ਇਹਨੂੰ ਇਹਨੇ ਅਬੋਲਿਸ਼ ਕੀਤਾ ਸੀ, ਠੀਕ ਹੈ। ਜਜ਼ੀਆ ਟੈਕਸ ਕਿਹਨੇ ਅਬੋਲਿਸ਼ ਕੀਤਾ? ਅਕਬਰ ਨੇ ਕੀਤਾ। ਤੇ ਤੀਰਥ ਯਾਤਰਾ ਦੇ ਉੱਤੇ ਟੈਕਸ ਲੱਗਦਾ ਹੁੰਦਾ ਸੀ, ਇਹ ਵੀ ਇਹਨੇ ਕੀਤਾ। ਨੈਕਸਟ ਚੱਲਦੇ ਹਾਂ। ਉਹਨੇ ਜੀ ਸੁਲ੍ਹਾ ਇਹ ਕੁੱਲ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਸਭ ਲਈ ਸ਼ਾਂਤੀ ਸੀ, ਠੀਕ ਆ। ਉਸਨੇ ਧਾਰਮਿਕ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਲਈ ਫਤਿਹਪੁਰ ਸੀਕਰੀ 'ਚ ਇੱਕ ਇਬਾਦਤਖਾਨਾ ਬਣਾਇਆ ਸੀ। ਪੇਪਰ 'ਚ ਸਿੱਧਾ ਕੁਐਸਚਨ ਆਊਗਾ ਜੀ, ਇਬਾਦਤਖਾਨਾ ਕਿਹਨੇ ਬਣਾਇਆ ਸੀ? ਅਕਬਰ ਨੇ ਬਣਾਇਆ ਸੀ। ਕਿੱਥੇ ਬਣਾਇਆ ਸੀ ਜੀ? ਫਤਿਹਪੁਰ ਸੀਕਰੀ ਦੇ ਵਿੱਚ। ਫਤਿਹਪੁਰ ਸੀਕਰੀ 'ਚ ਹੋਰ ਕਿਹੜੀ ਚੀਜ਼ ਮੌਜੂਦ ਆ ਜੀ? ਬੁਲੰਦ ਦਰਵਾਜ਼ਾ, ਠੀਕ ਆ। ਨੈਕਸਟ ਆ ਗਿਆ। ਸੋ ਜੀ ਅਕਬਰ ਨੇ ਪੇਂਟਿੰਗ ਦਾ ਵੀ ਇੱਕ ਕਾਰਖਾਨਾ ਬਣਾਇਆ, ਜਿਹਦੀ ਅਗਵਾਈ ਕੌਣ ਕੀਤੀ ਸੀ? ਅਬਦੁਸ ਸਮਦ ਨੇ ਕੀਤੀ ਸੀ ਜੀ। ਰਾਲਫ ਦੇ ਵਿੱਚ 1585 ਦੇ ਵਿੱਚ ਅਕਬਰ ਦੇ ਦਰਬਾਰ ਦਾ ਦੌਰਾ ਕਰਨ ਵਾਲਾ ਰਾਲਫ ਫਿਚ, ਠੀਕ ਹੈ, ਇਹਦਾ ਨਾਂ ਯਾਦ ਕਰ ਲਓ। ਇਹਨੇ ਪਹਿਲਾ ਅੰਗਰੇਜ਼ ਸੀ ਜਿਹਨੇ ਕਿ ਅਕਬਰ ਦੇ ਦਰਬਾਰ ਦਾ ਦੌਰਾ ਕੀਤਾ ਸੀ। ਉਸ ਤੋਂ ਬਾਅਦ ਤਾਂ ਆਪਾਂ ਅੰਗਰੇਜ਼ ਦੇਖਦੇ ਹਾਂ ਕਿ ਹਾਂ ਅੰਗਰੇਜ਼ ਆਏ ਸੀ, ਠੀਕ ਆ। ਸੋ 1600 ਤੋਂ ਬਾਅਦ ਦੀ ਗੱਲ ਆ। ਉਹ ਤਾਂ ਜਹਾਂਗੀਰ ਦੇ ਕੋਰਟ 'ਚ ਪੇਸ਼ ਹੋਇਆ ਸੀਗਾ, ਠੀਕ ਆ, ਜਿਹਨੇ ਕਿ ਆਪਣੀ ਫੈਕਟਰੀ ਲਾਉਣ ਦੀ ਇਜਾਜ਼ਤ ਮੰਗੀ ਸੀ। ਉਹ ਆਪਾਂ ਜਹਾਂਗੀਰ ਦੇ ਵਿੱਚ ਪੜਾਂਗੇ। ਹੁਣ ਜੀ ਅਬੁਲ ਫਜ਼ਲ ਨੇ ਅਕਬਰਨਾਮਾ ਲਿਖਿਆ, ਠੀਕ ਆ, ਤੇ ਜਿਸ ਦੇ ਅੰਤਕਾਂ ਨੂੰ ਆਈਨੇ ਅਕਬਰੀ ਕਿਹਾ ਜਾਂਦਾ। ਪੇਪਰ 'ਚ ਤੁਹਾਨੂੰ ਆਈਨੇ ਅਕਬਰੀ ਵੀ ਦੇਖਿਆ ਜਾ ਸਕਦਾ ਵਾ, ਠੀਕ ਆ। ਸੋ ਵੀ ਦੇਖਣਾ, ਇਹ ਲਿਖਿਆ ਕਿਹਨੇ ਆ ਇਹ ਜ਼ਰੂਰ ਯਾਦ ਰੱਖਣਾ। ਅਬੁਲ ਫਜ਼ਲ ਨੇ ਲਿਖਿਆ। ਤੁਹਾਨੂੰ ਉਹ ਅਕਬਰ ਲਿਖਿਆ ਦੇਣਗੇ, ਠੀਕ ਆ। ਪੇਪਰ ਦੇ ਵਿੱਚ ਤੁਹਾਨੂੰ ਕਨਫਿਊਜ਼ ਕਰਨ ਲਈ ਦੇਣਗੇ, ਠੀਕ ਆ। ਅਕਬਰਨਾਮਾ ਕਿਹਨੇ ਲਿਖਿਆ? ਥੱਲੇ ਉਹ ਅਕਬਰ ਲਿਖ ਦੇਣਗੇ, ਅਬੁਲ ਫਜ਼ਲ ਲਿਖ ਦੇਣਗੇ, ਦੋ ਹੋਰ ਤੁਹਾਡੇ ਲੇਖਕ ਲਿਖ ਦੇਣਗੇ। ਪਰ ਕਨਫਿਊਜ਼ ਨਹੀਂ ਹੋਣਾ ਬਿਲਕੁਲ ਵੀ ਤੁਸੀਂ, ਠੀਕ ਹੈ ਜੀ। ਅਕਬਰ ਨੇ ਨਹੀਂ ਸੀ ਲਿਖਿਆ।
हाँ जी, उसकी भूमि मालिया मतलब ਉਹਦਾ ਜਿਹੜਾ ਰੈਵਨਿਊ ਸਿਸਟਮ ਸੀ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਟੋਡਰਮਲ ਬੰਦੋਬਸਤ ਜਾਂ ਜ਼ਾਬਤੀ ਪ੍ਰਣਾਲੀ ਕਿਹਾ ਜਾਂਦਾ ਹੁੰਦਾ ਸੀਗਾ। ਟੋਡਰਮਲ ਜਿਹੜਾ ਇਹਦਾ ਫਾਈਨੈਂਸ ਮਿਨਿਸਟਰ ਸੀਗਾ। ਅਕਬਰ ਦੇ ਸ਼ਾਸਨ ਕਾਲ ਦੌਰਾਨ ਕੁਲੀਨਾਂ ਦੇ ਨਾਲ ਨਾਲ ਫੌਜ ਨੂੰ ਸੰਗਠਿਤ ਕਰਨ ਲਈ ਮਨਸਬਦਾਰੀ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਸੀ। ਇਹਦੀ ਹੋਰ ਵਿਸ਼ੇਸ਼ਤਾ ਸੀ ਉਹਨੇ ਜੀ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਦਾ ਪਹਿਲਾ ਮੁਗਲ ਸ਼ਾਸਕ ਸੀਗਾ। हाँ जी, नैक्सट पॉइंट आ गया जी साडा कि ਇਹਦੇ ਵਿੱਚ ਕਿ सूफी संत शेख सलीम चिश्ती ने ठीक है जी अकबर ਨੂੰ ਇੱਕ ਪੁੱਤਰ ਦੀ ਅਸੀਸ ਦਿੱਤੀ ਸੀ ਜਿਹਦਾ ਨਾਮ ਸਲੀਮ ਯਾਨੀ ਕਿ ਜਹਾਂਗੀਰ ਨੂੰ ਸਲੀਮ ਵੀ ਕਿਹਾ ਜਾਂਦਾ ਸੀ। ਸਲੀਮ ਕਿਹਾ ਜਾਂਦਾ। ਅਕਬਰ ਦੇ ਨੇ ਸੰਤ ਦੇ ਸਨਮਾਨ ਵਿੱਚ ਆਪਣਾ ਦਰਬਾਰ ਆਗਰੇ ਤੋਂ ਫਤਿਹਵੀਰ ਸੀਕਰੀ ਦੇ ਵਿੱਚ ਤਬਦੀਲ ਕਰ ਲਿਆ ਸੀ। ਠੀਕ ਹੈ। ਬੀਰਬਲ ਨੂੰ ਦੀ ਮੌਤ ਕਦੋਂ ਹੋਈ ਸੀ? ਯੂਸਫਜ਼ਾਈ ਕਬੀਲੇ ਦੇ ਵਿੱਚ ਲੜਾਈ ਦੌਰਾਨ 1586 ਈਸਵੀ ਦੇ ਵਿੱਚ ਬੀਰਬਲ ਦੀ ਮੌਤ ਹੋ ਗਈ ਜੀ। ਅਬੁਲ ਫਜ਼ਲ ਦਾ ਕਤਲ ਕਿਹਨੇ ਕੀਤਾ ਜੀ? ਬੀਰ ਸਿੰਘ ਬੰਧੇਲਾ ਨੇ 1601 ਚ ਕੀਤਾ। 79 ਦੇ ਵਿੱਚ ਅਕਬਰ ਨੇ ਅਨੁਕੂਲਤਾ ਦਾ ਫਰਮਾਨ ਜਾਰੀ ਕੀਤਾ ਸੀਗਾ। ਫਾਰਸੀ ਨੂੰ ਮੁਗਲ ਭਾਸ਼ਾ ਦੀ ਸਰਕਾਰੀ ਭਾਸ਼ਾ ਬਣਾਇਆ ਗਿਆ। ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਉਸ ਟਾਈਮ ਦੇ ਉੱਤੇ ਅਕਬਰ ਦੇ ਰਾਜ ਦੇ ਦੌਰਾਨ ਮੁਗਲ ਅੰਪਾਇਰ ਦੀ ਸਰਕਾਰੀ ਭਾਸ਼ਾ ਕਿਹੜੀ ਸੀ? ਪਰਸ਼ੀਅਨ, ਜਿਹਨੂੰ ਆਪਾਂ ਫਾਰਸੀ ਵੀ ਕਹਿ ਦਿੰਦੇ ਹਾਂ। ਨੈਕਸਟ ਕਰਦੇ ਹਾਂ ਜੀ। ਹਾਂਜੀ, ਰੂੜੀਵਾਦ ਇਸਲਾਮ ਤੋਂ ਨਿਰਾਸ਼ ਹੋ ਕੇ ਸ਼ਾਇਦ ਆਪਣੇ ਸਾਮਰਾਜ ਦੇ ਅੰਦਰ ਧਾਰਮਿਕ ਏਕਤਾ ਲਿਆਉਣ ਲਈ ਇਹਨੇ ਕੀ ਕੀਤਾ ਜੀ? ਜਦੋਂ ਬਹੁਤ ਜ਼ਿਆਦਾ ਮਤਲਬ ਲੋਕ ਵੰਡੇ ਹੋਏ ਸੀ ਉਸ ਟਾਈਮ ਦੇ ਉੱਤੇ, ਆਪਾਂ ਨੂੰ ਵੀ ਪਤਾ, ਤਾਂ ਅਕਬਰ ਨੇ ਨਾ ਇੱਕ ਧਰਮ ਆਪਦੇ ਵੱਲੋਂ ਇੱਕ ਧਰਮ ਦਾ ਪ੍ਰਚਾਰ ਕੀਤਾ, ਮਤਲਬ ਆਪਦੇ ਵੱਲੋਂ ਧਰਮ ਇੰਟਰੋਡਿਊਸ ਕੀਤਾ ਜਿਹਨੂੰ ਦਿਨੇ ਇਲਾਹੀ ਕਹਿੰਦੇ ਆ। PSSB ਦਾ ਰੀਸੈਂਟਲੀ ਪੇਪਰ ਦੇ ਵਿੱਚ ਕੁਐਸਚਨ ਹੋਇਆ ਕਿ ਅਕਬਰ ਦੁਆਰਾ ਇੰਟਰੋਡਿਊਸ ਕੀਤਾ ਰਿਲੀਜਨ ਕਿਹੜਾ ਸੀ, ਕਿਹੜਾ ਧਰਮ ਸੀ ਜਿਹਨੂੰ ਕਿ ਅਕਬਰ ਮੰਨਦਾ ਸੀ ਤੇ ਅਕਬਰ ਕਹਿੰਦਾ ਸੀ ਵੀ ਹਾਂ ਇਹਨੂੰ ਤੁਸੀਂ ਮੰਨੋ। ਕਿਹੜਾ ਸੀ? 1582 ਦੇ ਵਿੱਚ ਇਹਨੇ ਕੀਤਾ ਸੀ ਦਿਨੇ ਇਲਾਹੀ ਦਾ ਪ੍ਰਚਾਰ ਕੀਤਾ, ਜੋ ਵੱਖ-ਵੱਖ ਤੌਰ ਤੇ ਇਸਲਾਮ ਅਤੇ ਹਿੰਦੂ ਧਰਮ ਦੇ ਨਾਲ ਜੁਰਿਸਟੀਅਨ ਧਰਮ ਅਤੇ ਈਸਾਈ ਧਰਮ ਦੇ ਵੀ ਕੁਝ ਹਿੱਸਿਆਂ ਤੋਂ ਲਿਆ ਗਿਆ ਸੀਗਾ। ਠੀਕ ਆ, ਪਰ ਇਹ ਜ਼ਿਆਦਾ ਪ੍ਰਚਲਿਤ ਨਹੀਂ ਸੀ ਹੋਇਆ। ਠੀਕ ਆ, ਸੋ ਇਹ ਜ਼ਿਆਦਾ ਪ੍ਰਚਲਿਤ ਨਹੀਂ ਸੀ ਹੋਇਆ। ਇਹਨੂੰ ਜਾਂ ਤਾਂ ਮਤਲਬ ਕਿ ਅਕਬਰ ਮੰਨਦਾ ਹੁੰਦਾ ਸੀ ਜਾਂ ਇੱਕ ਆਪਣਾ ਬੀਰਬਲ, ਇਹਦਾ ਬੀਰਬਲ ਹੁੰਦਾ ਸੀਗਾ, ਬੀਰਬਲ ਇਹਨੂੰ ਮੰਨਦਾ ਹੁੰਦਾ ਸੀਗਾ। ਠੀਕ ਆ, ਦੋ ਹੀ ਬੰਦੇ ਇਹ ਧਰਮ ਨੂੰ ਮੰਨਦੇ ਹੁੰਦੇ ਸੀ। ਸੋ ਨੈਕਸਟ ਆ ਗਿਆ ਜੀ ਮਹਾਰਾਣਾ ਪ੍ਰਤਾਪ। ਮੇਵਾੜ ਦਾ ਇੱਕ ਰਾਜਪੂਤ ਸ਼ਾਸਕ ਸੀ, ਉਹ ਸੂਰਿਆਵੰਸ਼ੀ। ਹੁਣ ਮਹਾਰਾਣਾ ਪ੍ਰਤਾਪ ਬਾਰੇ ਆਪਾਂ ਕਿਉਂ ਪੜ੍ਹ ਰਹੇ ਹਾਂ? ਕਿਉਂਕਿ ਜਿਹੜੀ ਹਲਦੀ ਘਾਟੀ ਦੀ ਲੜਾਈ ਹੋਈ ਸੀ ਉਹ ਵਿਸ਼ੇਸ਼ ਰੱਖਦੀ ਆ, ਠੀਕ ਜੀ, ਇਤਿਹਾਸ ਦੇ ਵਿੱਚ। ਤਾਂ ਇਹਨੇ ਸਿਸੋਦੀਆ ਕਬੀਲੇ ਨਾਲ ਸੰਬੰਧ ਸੀ। ਉਦੈ ਸਿੰਘ ਦਾ ਦੂਜਾ ਪੁੱਤਰ ਸੀ। ਤਾਂ 1566 ਚ ਉਦੈ ਸਿੰਘ ਦੂਜੇ ਦੇ ਰਾਜ ਦੌਰਾਨ ਮੇਵਾੜ ਨੂੰ ਅਕਬਰ ਨੇ ਜਿੱਤ ਲਿਆ ਸੀਗਾ। ਹੁਣ ਕੀ ਹੋਇਆ ਜੀ? ਹਲਦੀ ਘਾਟੀ ਦੀ ਲੜਾਈ ਹੋਈ ਜੀ 18 ਜੂਨ 1576 ਨੂੰ ਲੜੀ ਗਈ ਸੀ। ਇਹਦੀ ਡੇਟ, ਈਅਰ ਤੇ ਮਹੀਨਾ ਯਾਦ ਕਰਨਾ। ਹਲਦੀ ਘਾਟੀ ਕਿਹਦੇ ਵਿੱਚ ਲੜੀ ਸੀ? ਜਿਹਦੇ ਵਿੱਚ ਮਾਨ ਸਿੰਘ ਦੀ ਅਗਵਾਈ, ਰਾਜਾ ਮਾਨ ਸਿੰਘ ਨੇ ਅਕਬਰ ਵੱਲੋਂ ਅਗਵਾਈ ਕੀਤੀ ਸੀ। ਠੀਕ ਆ, ਰਾਜਾ ਮਾਨ ਸਿੰਘ ਦੀ ਅਗਵਾਈ ਵਾਲੀ ਅਕਬਰ ਦੀ ਫੌਜ ਨੇ ਮਹਾਰਾਣਾ ਪ੍ਰਤਾਪ ਨੂੰ ਹਰਾ ਦਿੱਤਾ ਸੀ। ਮਹਾਰਾਣਾ ਪ੍ਰਤਾਪ ਨੂੰ ਆਪਣੇ ਭਰੋਸੇਮੰਦ ਘੋੜੇ ਚੇਤਕ ਨੇ ਮੈਦਾਨ ਛੱਡ ਕੇ ਭੱਜਣਾ ਪਿਆ ਤੇ ਇਸ ਤੋਂ ਬਾਅਦ ਪ੍ਰਤਾਪ ਨੂੰ ਅਰਾਵਲੀ ਵਿੱਚ ਪਿੱਛੇ ਹਟਣਾ ਪਿਆ, ਜਿੱਥੋਂ ਉਸਨੇ ਗੁਰੀਲਾ ਯੁੱਧ ਦੀਆਂ ਰਣਨੀਤੀਆਂ ਰਾਹੀਂ ਆਪਣਾ ਸੰਘਰਸ਼ ਜਾਰੀ ਰੱਖਿਆ। ਬਟ ਰਾਣਾ ਪ੍ਰਤਾਪ ਉਸ ਟਾਈਮ ਦੇ ਉੱਤੇ ਮਹਾਰਾਣਾ ਪ੍ਰਤਾਪ ਦੀ ਸ਼ਿਕਾਰ ਹਾਦਸੇ ਦੌਰਾਨ ਸੱਟਾਂ ਲੱਗਣ ਕਾਰਨ ਇਹਨਾਂ ਦੀ ਮੌਤ ਹੋ ਗਈ। ਦੇਖੋ ਜੀ, ਹੁਣ ਆਪਣਾ ਇਹ ਫਸਟ ਪਾਰਟ ਕੰਪਲੀਟ ਹੋ ਗਿਆ। ਅਗਲੇ ਪਾਰਟ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਆਪਾਂ ਜਹਾਂਗੀਰ ਤੋਂ ਸ਼ੁਰੂ ਕਰਾਂਗੇ। ਅੱਜ ਮੈਂ ਕੋਸ਼ਿਸ਼ ਕਰਦਾ ਕਿ ਰਾਤ ਨੂੰ ਕਲਾਸ ਇਹਦੀ ਤਿਆਰ ਕਰਨ ਦੀ ਕੋਸ਼ਿਸ਼ ਕਰਦਾ। ਠੀਕ ਹੈ ਜੀ, ਟਾਈਮ ਜ਼ਿਆਦਾ ਲੱਗ ਜਾਂਦਾ, 4-5 ਘੰਟੇ ਲੱਗ ਜਾਂਦੇ ਆ ਕਲਾਸ ਤਿਆਰ ਹੋਣ ਨੂੰ, ਕਿਉਂਕਿ ਤੁਹਾਨੂੰ ਕੰਟੈਂਟ ਪੰਜਾਬੀ 'ਚ ਵੀ ਆਪਾਂ ਪ੍ਰੋਵਾਈਡ ਕਰਨਾ ਹੁੰਦਾ, ਇੰਗਲਿਸ਼ 'ਚ ਵੀ ਕਰਨਾ ਹੁੰਦਾ ਵਾ। ਸੋ ਅੱਜ ਮੈਂ ਕੋਸ਼ਿਸ਼ ਕਰਦਾ, ਨਹੀਂ ਤਾਂ ਕੱਲ੍ਹ ਨੂੰ ਤੁਹਾਨੂੰ ਇਹ ਕਲਾਸ ਪੱਕਾ ਮਿਲ ਜਾਏਗੀ। ਠੀਕ ਆ, ਸੋ ਜਹਾਂਗੀਰ ਬਾਰੇ ਪੜਾਂਗੇ, ਸ਼ਾਹਜਹਾਂ ਬਾਰੇ ਪੜਾਂਗੇ, ਠੀਕ ਆ, ਔਰੰਗਜ਼ੇਬ ਬਾਰੇ ਪੜਾਂਗੇ, ਤੇ ਉਸ ਤੋਂ ਬਾਅਦ ਜਿਹੜੇ ਬਾਕੀ ਬਹਾਦਰ ਸ਼ਾਹ 1 ਹੋ ਗਿਆ ਜਾਂ ਆਪਣਾ ਫਾਰੂਕ ਸ਼ੇਰ ਹੋ ਗਿਆ, ਇਹਨਾਂ ਬਾਰੇ ਥੋੜਾ ਆਪਾਂ ਪੜਾਂਗੇ, ਜਿਹੜੇ ਕਿ ਸਿਰਫ ਇੰਪੋਰਟੈਂਟ ਹੀ ਪੜਾਂਗੇ ਕਿਉਂਕਿ ਉਹਦੇ ਵਿੱਚੋਂ ਜ਼ਿਆਦਾ ਕੁਐਸਚਨ ਨਹੀਂ ਪੁੱਛੇ ਜਾਂਦੇ। ਠੀਕ ਆ ਜੀ, ਸੋ ਧੰਨਵਾਦ ਜੀ। ਚੈਨਲ ਨੂੰ ਆਪਣੇ ਨੂੰ ਜੀ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਲਓ ਜੇਕਰ ਤੁਹਾਨੂੰ ਵਧੀਆ ਲੱਗ ਰਿਹਾ ਆਪਣਾ ਕੰਟੈਂਟ ਤੇ ਤੁਹਾਨੂੰ ਵਧੀਆ ਫਾਇਦਾ ਹੋ ਰਿਹਾ ਵਾ ਇਹਦੇ ਵਿੱਚ। ਤੇ ਇਹਦੇ ਲਈ PDF ਲਈ ਤੁਸੀਂ PDF ਮੈਂ ਤੁਹਾਨੂੰ ਇਹਦੀ ਇਕੱਠੀ, ਠੀਕ ਆ ਜੀ, ਕੱਲ੍ਹ ਨੂੰ ਆਪਣੀ ਕਲਾਸ ਹੋ ਕੇ ਪਰਸੋਂ ਨੂੰ ਮੈਂ ਤੁਹਾਨੂੰ ਇਹਦੀ ਇਕੱਠੀ PDF ਦੇ ਦਾਂਗਾ। ਠੀਕ ਆ, ਅਲੱਗ-ਅਲੱਗ PDF ਪੜ੍ਹਨ ਦਾ ਕੋਈ ਫਾਇਦਾ ਨਹੀਂਗਾ। ਸੋ ਸਾਰੀ ਪੂਰੀ ਮੁਗਲ ਸਾਮਰਾਜ ਦੀ ਇਕੱਠੀ PDF ਜਿਵੇਂ ਕਿ ਮੈਡੀਵਲ ਹਿਸਟਰੀ ਦੀ ਮੈਂ ਦੋਨਾਂ ਕਲਾਸਾਂ ਦੀ ਇਕੱਠੀ PDF ਅਪਲੋਡ ਕਰਤੀ ਸੀ ਨਾ, ਇਸੇ ਤਰ੍ਹਾਂ ਆਪਾਂ ਮੁਗਲ ਸਾਮਰਾਜ ਦੀ ਵੀ ਪੂਰੀ ਇਕੱਠੀ PDF ਮੈਂ ਤੁਹਾਨੂੰ ਅਪਲੋਡ ਕਰ ਦਾਂਗਾ। ਤੇ ਉਸ ਤੋਂ ਬਾਅਦ ਨਾਲ ਹੀ ਆਪਣਾ ਇਹਦਾ, ਠੀਕ ਆ ਜੀ, ਇਹਨੂੰ ਚੰਗੀ ਤਰ੍ਹਾਂ ਕਰਨਾ ਵਾ ਤੁਸੀਂ। ਇਹਦੇ ਉੱਤੇ ਆਪਾਂ MCQ ਟੈਸਟ ਕਰਾਂਗੇ ਬਹੁਤ ਵਧੀਆ, ਕਿਉਂਕਿ ਪਹਿਲਾਂ ਐਂਸ਼ੀਅੰਟ ਹਿਸਟਰੀ ਦੇ ਵੀ ਆਪਾਂ 2 ਕਲਾਸਾਂ ਦਾ ਮੈਡੀਵਲ ਟੈਸਟ ਦੇ ਉੱਤੇ ਆਪਾਂ 19-20 ਕੁਐਸਚਨ ਕੀਤੇ ਨੇ, ਬਹੁਤ ਵਧੀਆ ਲੈਵਲ ਦੇ ਕੁਐਸਚਨ ਕੀਤੇ ਨੇ। ਪੇਪਰ 'ਚ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਆ, ਪਰ ਥਿਊਰੀ ਕਰਨੀਆਂ, ਥਿਊਰੀ ਵੀ ਉਹ ਕਰਨੀਆਂ ਜਿਹੜੀ ਮੈਂ ਤੁਹਾਨੂੰ ਉੱਪਰ ਹਾਈਲਾਈਟ ਕੀਤੀ ਹੋਈ ਹੈ ਨਾ, ਹਾਈਲਾਈਟ ਵਾਲੀਆਂ ਚੀਜ਼ਾਂ ਕਰਨੀਆਂ ਨੇ। ਉਹ ਮੈਂ ਸਾਰਾ ਕੁਝ ਨਾ ਯਾਦ ਕਰਨ ਲੱਗ ਜਿਓ। ਠੀਕ ਆ ਜੀ, ਸਿਰਫ 19 ਚੀਜ਼ ਯਾਦ ਕਰਨੀ ਹੈ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਹਿੰਦਾ ਵਾ ਕਿ ਹਾਂ ਇੰਨੀ ਚੀਜ਼ ਤੁਸੀਂ ਯਾਦ ਕਰਨੀ ਹੈ। ਠੀਕ ਆ ਜੀ, ਸੋ ਜੀ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ। GK ਅਕੈਡਮੀ ਪੰਜਾਬ ਕਰਕੇ ਤੁਸੀਂ ਸਰਚ ਮਾਰੋਗੇ, ਉੱਥੇ ਤੁਹਾਨੂੰ ਮਿਲ ਜਾਏਗਾ। ਤੇ ਇਹਦੇ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਕਮੈਂਟ ਬਾਕਸ ਦੇ ਵਿੱਚ ਵੀ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਮਿਲ ਜਾਏਗਾ। ਠੀਕ ਆ, ਉਹਦੇ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ। ਠੀਕ ਆ, ਉਹਦੇ ਨਾਲ ਤੁਹਾਨੂੰ MCQ ਕੁਇਜ਼ ਵੀ ਲਗਾ ਸਕਦੇ ਹੋ ਤੁਸੀਂ ਉੱਥੇ। ਠੀਕ ਆ, ਫ੍ਰੀ ਆਫ ਕਾਸਟ ਤੁਹਾਨੂੰ ਉੱਥੇ PDF ਮਿਲੇਗੀ। ਠੀਕ ਆ, ਸੋ ਇਹ ਨਾ ਸੋਚਣਾ ਕਿ ਆਪਣਾ ਟੈਲੀਗ੍ਰਾਮ ਚੈਨਲ ਦੇ ਉੱਤੇ ਕੁਝ ਪੇਡ ਹੋਏਗਾ ਜਾਂ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਠੀਕ ਆ, ਸੋ ਉਹ ਸਿਰਫ ਟੈਲੀਗ੍ਰਾਮ ਤੁਸੀਂ ਐਪਲੀਕੇਸ਼ਨ ਹੁੰਦੀ ਹੈ, ਇੱਕ ਡਾਊਨਲੋਡ ਕਰਨੀ ਆ ਪਲੇ ਸਟੋਰ ਤੋਂ ਕਰੋ, ਤੇ ਉਹਦੇ ਵਿੱਚ ਆਪਣਾ ਜਾ ਕੇ ਤੁਸੀਂ ਲਿੰਕ ਦੇ ਥਰੂ ਸਿੱਧਾ ਤੁਸੀਂ ਉਹ ਜੁਆਇਨ ਕਰ ਲਓ ਤੇ ਫ੍ਰੀ ਆਫ ਕਾਸਟ ਤੁਹਾਨੂੰ MCQ ਤੇ ਨਾਲ ਹੀ ਇਹਨਾਂ ਕਲਾਸਾਂ ਦੀ PDF ਮਿਲ ਜਾਏਗੀ। ਠੀਕ ਹੈ ਜੀ, ਸੋ ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਮੁਗਲ ਸਲਤਨਤ ਦੇ ਦੂਜੇ ਪਾਰਟ ਤੇ ਆਖਰੀ ਕਲਾਸ। ਠੀਕ ਹੈ, ਇਸ ਦੇ ਨਾਲ ਹੀ ਆਪਣੀ ਮੈਡੀਵਲ ਹਿਸਟਰੀ ਦੀਆਂ 4 ਕਲਾਸਾਂ 'ਚ ਆਪਣਾ ਪੂਰੀ ਮੈਡੀਵਲ ਹਿਸਟਰੀ ਮੱਧਕਾਲੀਨ ਇਤਿਹਾਸ ਪੂਰਾ ਹੋ ਜਾਏਗਾ। ਧੰਨਵਾਦ ਜੀ।